ਹੈਲੋ ਦੋਸਤੋ, ਅੱਜ ਆਪਾਂ ਟੌਪਿਕ ਕਰਾਂਗੇ ਨੈਟਵਰਕਿੰਗ। ਅਤੇ ਨੈਟਵਰਕਿੰਗ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਜੀ ਕੰਪਿਊਟਰ ਦੇ ਵਿੱਚ। ਅਤੇ ਅੱਗੇ ਜਿਹੜੇ ਹੁਣ ਐਗਜ਼ਾਮ ਆਉਣ ਵਾਲੇ SSSB ਦੇ ਅੰਦਰ, PPSC ਅੰਦਰ, ਪੰਜਾਬ ਪੁਲਿਸ ਦੇ ਅੰਦਰ, ਜਾਂ ਹੋਰ ਸਕੂਲ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੋ ਗਏ, ਜਾਂ ਹੋਰ ਵੀ ਕਈ ਐਗਜ਼ਾਮ ਹੈਗੇ ਜੀ, SSC MTS ਜਿੰਨੇ ਵੀ ਹੈਗਾ ਜੀ, ਉਹਨਾਂ ਵਿੱਚ ਇਹ ਟੌਪਿਕ ਪੁੱਛਿਆ ਜਾਂਦਾ ਜੀ। ਕੰਪਿਊਟਰ ਦਾ ਮੇਨ ਟੌਪਿਕ ਆ ਜੀ। ਅਤੇ ਨੈਟਵਰਕਿੰਗ ਨਾਲ ਸੰਬੰਧਿਤ ਇਹਦੇ ਨਾਲ ਕਈ ਕੁਐਸਚਨ ਬਣਦੇ ਆ, ਅਤੇ ਆਪਾਂ ਇਹਦੀ ਥਿਊਰੀ ਕਰਾਂਗੇ ਜੀ। ਜੇ ਥਿਊਰੀ ਕੀਤੀ ਹੋਊਗੀ, ਤੁਹਾਨੂੰ ਕੋਈ ਵੀ MC ਆਊਗਾ, ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਅਤੇ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਮਤਲਬ ਕਿ ਸਟਾਰਟ ਕਰਦੇ ਹਾਂ ਜੀ। ਅਤੇ ਨੈਟਵਰਕਿੰਗ ਕੀ ਆ ਜੀ? ਅਤੇ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ। ਅਤੇ ਨੈਟਵਰਕ ਵਿੱਚ ਕੰਪਿਊਟਰ ਤਾਰਾਂ, ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟਾਂ ਜਾਂ ਇਨਫਰਾਰੈੱਡ ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ। ਅਤੇ ਫਾਈਲਾਂ ਦੀ ਅਦਲਾ ਬਦਲੀ, ਸਰੋਤਾਂ ਦੀ ਸਾਂਝ ਅਤੇ ਸੰਚਾਰ ਕੀਤਾ ਜਾ ਸਕੇ, ਇਸ ਲਈ ਮਤਲਬ ਕਿ ਨੈਟਵਰਕਿੰਗ ਦਾ ਇਸਤੇਮਾਲ ਕੀਤਾ ਜਾਂਦਾ ਕਿਸੇ ਤਰੀਕੇ ਨਾਲ। ਕੋਈ ਤਾਰਾਂ ਰਾਹੀਂ ਮਿਲ ਸੰਚਾਰ ਕਰਦੇ ਆ, ਕੋਈ ਤਰੰਗਾਂ ਰਾਹੀਂ। ਅਤੇ ਆਪਾਂ ਹੁਣ ਇਹਦੇ ਬਾਰੇ ਅੱਗੇ ਦੇਖਾਂਗੇ ਜੀ ਕਿ ਕਿਹੜੇ ਕਿਹੜੇ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਠੀਕ ਆ ਜੀ। ਅਤੇ ਜਿੱਦਾਂ ਕੰਪਿਊਟਰ ਦੀ ਜ਼ਿਆਦਾਤਰ ਤਾਰਾਂ, ਕੇਬਲ ਮਤਲਬ ਕਿ ਬਣੇ ਹੁੰਦੇ ਆ, ਉਹਨਾਂ ਵਰਤੇ ਜਾਂਦੇ ਆ। ਅਤੇ ਕਈ ਰੇਡੀਓ ਸਿਗਨਲ ਦੀ ਵੀ ਵਰਤੇ ਜਾਂਦੇ ਆ, ਜਿੱਦਾਂ ਵਾਇਰਲੈਸ ਹੋ ਗਏ, ਵਾਈਫਾਈ, ਟੈਲੀਫੋਨ ਤਾਰਾਂ ਅਤੇ ਹੋਰ ਲੰਬੀਆਂ ਤਾਰਾਂ ਵਾਲੇ ਸੈਟੇਲਾਈਟ ਲਿੰਕ ਦੁਆਰਾ ਨੈਟਵਰਕ ਕਨੈਕਸ਼ਨ ਬਣਾਏ ਜਾ ਸਕਦੇ ਆ। ਅਤੇ ਇੱਕ ਹੋਰ ਗੱਲ ਹੈ ਜੀ ਕਿ ਇੱਕ ਨੈਟਵਰਕ ਜੋ ਨੈਟਵਰਕ ਨਾਲ ਨਹੀਂ ਜੁੜਿਆ ਨੂੰ ਇਕੱਲਾ ਸਟੈਂਡ ਅਲੋਨ ਕੰਪਿਊਟਰ ਕਿਹਾ ਜਾਂਦਾ ਹੈ, ਠੀਕ ਆ ਜੀ। ਅਤੇ ਸਟੈਂਡ ਅਲੋਨ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਜੀ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਅਤੇ ਆਹ ਨੈਟਵਰਕ ਦਾ ਹੈਗਾ ਜੀ, ਠੀਕ ਆ ਜੀ। ਕਿੱਦਾਂ ਕਰਦੇ ਆ ਜੀ, ਵਾਈਫਾਈ ਨਾਲ, ਇੰਟਰਨੈਟ ਨਾਲ ਨੈਟਵਰਕਿੰਗ ਦਾ ਦੱਸਿਆ ਇੱਕ, ਠੀਕ ਆ ਜੀ। ਅਤੇ ਨੈਟਵਰਕਿੰਗ ਦੀ ਲੋੜ ਕਾਹਤੋਂ ਪਈ ਹੈ ਜੀ? ਕੰਪਿਊਟਰ ਦੀ ਨੈਟਵਰਕਿੰਗ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਇਸ ਦੁਆਰਾ ਡਾਟਾ ਦੀ ਸਾਂਝ ਅਤੇ ਅਦਲਾ ਬਦਲੀ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ, ਠੀਕ ਆ ਜੀ। ਅਤੇ ਦੇਖ ਸਕਦੇ ਹੋ ਨੈਟਵਰਕ ਸਵਿੱਚ ਆ ਜੀ, ਪ੍ਰਿੰਟਰ ਆ, ਫਾਈਲ ਸਰਵਰ ਆ, ਚੈਟ ਆ, ਨੈਟਵਰਕ ਯੂਜ਼ਰ ਆ, ਈਮੇਲ ਆਈ ਆ। ਤਾਂ ਕਿੱਦਾਂ ਭੇਜਦੇ ਆ, ਕਿੱਦਾਂ ਸਰੋਤਾਂ ਦੀ ਮਤਲਬ ਕਿ ਆਪਸ ਵਿੱਚ ਹੁੰਦੀ ਹੈ ਜੀ, ਅਦਲਾ ਬਦਲੀ ਹੁੰਦੀ ਆ, ਕਿੱਦਾਂ ਆਪਾਂ ਸਰੋਤ ਨੈਟਵਰਕ ਰਾਹੀਂ ਚੀਜ਼ਾਂ ਪ੍ਰਾਪਤ ਕਰਦੇ ਹਾਂ ਜੀ, ਠੀਕ ਆ ਜੀ। ਅਤੇ ਨੈਟਵਰਕ ਦੀ ਵਰਤੋਂ ਦੱਸਿਆ ਜੀ ਇਹਨਾਂ ਨੇ। ਈਮੇਲ ਦੁਆਰਾ ਸੰਚਾਰ, ਵੀਡੀਓ ਕਾਨਫਰੰਸਿੰਗ, ਤੁਰੰਤ ਮੈਸੇਜ ਯਾਦ ਕਰਨ ਲਈ ਕੀਤੀ ਜਾਂਦੀ ਹੈ ਜੀ। ਨੈਟਵਰਕ ਦੀ ਵਰਤੋਂ ਬਹੁਤ ਸਾਰੇ ਯੂਜ਼ਰ ਨੂੰ ਇੱਕੋ ਹੀ ਹਾਰਡਵੇਅਰ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ, ਜਿਵੇਂ ਕਿ ਪ੍ਰਿੰਟਰ ਜਾਂ ਸਕੈਨਰ। ਜਿੱਦਾਂ ਮੰਨ ਲਓ ਸਾਰੇ ਨੇ ਐਡ ਹੈਗੇ ਆ, ਤਾਂ ਇੱਕ ਨੈਟਵਰਕ ਨਾਲ ਜੁੜਿਆ ਹੋਇਆ ਵਾ, ਤਾਂ ਉਹ ਜੇ ਮਤਲਬ ਕੋਈ ਚੀਜ਼ ਨੂੰ, ਇਨਫੋਰਮੇਸ਼ਨ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ, ਕਮਾਂਡ ਦਿੰਦੇ ਆ, ਉਹ ਤਾਰਾਂ ਰਾਹੀਂ ਮਤਲਬ ਕਿ ਸੂਚਨਾ ਵਗੈਰਾ ਜਾਂਦੀ ਹੈ ਪ੍ਰਿੰਟਰ ਤੱਕ, ਉਹ ਪ੍ਰਿੰਟ ਨਿਕਲ ਆਉਂਦਾ ਬਾਹਰ, ਠੀਕ ਹੈ ਜੀ। ਨੈਟਵਰਕ ਫਾਈਲਾਂ ਦੀ ਸ਼ੇਅਰਿੰਗ ਜਾਂ ਸਾਂਝ ਕਰਨ ਲਈ ਆਗਿਆ ਦਿੰਦਾ ਹੈ। ਰਿਮੋਟ ਸਿਸਟਮ ਅਤੇ ਸਾਫਟਵੇਅਰ ਜਾਂ ਆਪਰੇਟਿੰਗ ਸਿਸਟਮ ਦੀ ਸਾਂਝ ਆਗਿਆ ਦਿੰਦਾ ਹੈ। ਅਤੇ ਨੈਟਵਰਕ ਯੂਜ਼ਰਾਂ ਵਿੱਚ ਸੂਚਨਾ ਆਸਾਨੀ ਨਾਲ ਪਹੁੰਚਾਉਣਾ ਜੀ, ਅਤੇ ਸਾਂਭ ਕੇ ਰੱਖਣ ਦੀ ਆਗਿਆ ਦਿੰਦਾ ਵਾ। ਅਲੱਗ ਅਲੱਗ ਜਗ੍ਹਾ 'ਤੇ ਬੈਠੇ ਯੂਜ਼ਰਾਂ ਨੂੰ ਇਕੱਠੇ ਗੇਮ ਖੇਡਣ ਦੀ ਆਗਿਆ ਦਿੰਦਾ ਹੈ ਜੀ। ਅਤੇ ਜਿੱਦਾਂ ਤੁਸੀਂ ਮੰਨ ਲਓ ਦੇਖਿਆ, ਤੁਸੀਂ ਗੇਮ ਖੇਡਦੇ ਹੋ, ਕੋਈ ਵੀ ਗੇਮ ਖੇਡਦੇ ਹੋ, ਤਾਂ ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਘਰੇ ਆਪਣੇ ਫਰੈਂਡ ਨੂੰ ਕਹਿ ਰਹੇ ਹੁੰਦੇ ਹੋ ਕਿ ਔਨਲਾਈਨ ਜੋ ਤੁਸੀਂ ਨੈਟਵਰਕ ਚਲਾਇਆ ਹੁੰਦਾ ਵਾ, ਅਤੇ ਕਹਿ ਰਹੇ ਹੁੰਦੇ ਹੋ ਆ ਜਾਓ ਆਪਾਂ ਗੇਮ ਖੇਡੀਏ, ਠੀਕ ਹੈ ਜੀ। ਅਤੇ ਉਹ ਔਨਲਾਈਨ ਤੁਸੀਂ ਨੈੱਟ ਵੀ ਔਨ ਕਰਦੇ ਹੋ, ਉਹ ਨੈਟਵਰਕ ਆ। ਜਿੱਦਾਂ ਕਹਿੰਦੇ ਨਾ, ਜਦੋਂ ਮਤਲਬ ਤੁਹਾਡੀ ਗੱਲ ਨਾ ਹੋਵੇ, ਨੈੱਟ ਨਾਲ ਚੱਲੇ, ਕਹਿੰਦੇ ਨਾ ਨੈਟਵਰਕ ਵੀਕ ਆ, ਉਹ ਚੀਜ਼ ਆ। ਤਾਂ ਸਟੋਰ ਡਾਟਾ, ਕ੍ਰੀਏਟਰੀ ਡਾਟਾ ਨੂੰ ਕੇਂਦਰ ਵਿੱਚ ਸਟੋਰ ਕਰਨਾ, ਫਾਈਲ ਸਰਵਰ ਦੁਆਰਾ ਬੈਕਅਪ ਲੈਣ ਅਤੇ ਆਸਾਨੀ ਨਾਲ ਵਰਤਣ ਦੀ ਆਗਿਆ। ਤਾਂ ਚੀਜ਼ਾਂ ਇੱਕ ਹਿਸਾਬ ਨਾਲ ਤੁਸੀਂ ਅੱਜ ਫੋਨ 'ਤੇ ਲਾ ਕੇ ਦੇਖ ਸਕਦੇ ਹੋ ਜੀ ਕਿ ਕਿੱਦਾਂ ਤੁਸੀਂ ਫੋਨ ਦੇ ਵਿੱਚ ਬੈਕਅਪ ਲਾ ਲੈਂਦੇ ਹੋ, ਉਹ ਚੀਜ਼ਾਂ ਲਾ ਲੈਂਦੇ ਹੋ, ਨੈਟਵਰਕ ਹੀ ਇੱਕ ਹਿਸਾਬ ਦਾ। ਅਤੇ ਜਿਹੜੀ ਚੀਜ਼ਾਂ ਪੁਆਇੰਟ ਜ਼ਰੂਰੀ ਉਹ ਗੱਲ ਕਰਾਂਗੇ ਜੀ। ਅਤੇ ਨੈਟਵਰਕ ਲਈ ਵਰਤੇ ਜਾਣੇ ਕੰਪਿਊਟਰ ਦੋ ਤਰ੍ਹਾਂ ਦੇ ਹੁੰਦੇ ਆ ਜੀ, ਕਲਾਇੰਟ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੈ ਜੀ, ਜੋ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਨਾਲ ਜੁੜਿਆ ਹੁੰਦਾ ਹੈ। ਅਤੇ ਸਰਵਰ ਹੈ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੈ ਜਿਸ ਵਿੱਚ ਸੂਚਨਾ ਸਰੋਤਾਂ ਦੀ ਸਾਂਝ ਕਰਨ ਲਈ ਮਦਦ ਕਰਦੇ ਹਨ। ਇਹ ਦੂਸਰੇ ਨੋਡਸ 'ਤੇ ਕੰਟਰੋਲ ਕਰਦਾ ਹੈ, ਠੀਕ ਆ ਜੀ। ਤਾਂ ਕਲਾਇੰਟ ਅਤੇ ਨੋਡ ਵਿੱਚ ਇੰਨਾ ਕੁ ਡਿਫਰੈਂਸ ਹੈ ਜੀ, ਤੁਸੀਂ ਉਹਦਾ ਲਾਈਨ ਇੱਕ ਪੜ੍ਹ ਲਿਓ, ਠੀਕ ਆ। ਅਤੇ ਵੈਸੇ ਵੀਡੀਓ ਪੌਜ਼ ਕਰਕੇ ਆਪਣੇ ਨੋਟਸ ਵਗੈਰਾ ਬਣਾ ਲਿਓ ਜੀ। ਨੋਟਸ ਵਗੈਰਾ ਬਣਾਓਗੇ, ਤੁਹਾਡੀ ਆਸਾਨੀ ਨਾਲ ਤਿਆਰੀ ਕਰਨੀ ਸੌਖੀ ਹੋ ਜਾਊਗੀ, ਠੀਕ ਹੈ ਜੀ। ਅਤੇ ਇੱਕ ਗੱਲ ਹੈ ਕਿ ਕਈ ਆਉਂਦੇ ਨਾ, ਤੁਹਾਨੂੰ ਫੁੱਲ ਫਾਰਮ ਪੁੱਛ ਸਕਦੇ ਆ, ਜਿੱਦਾਂ NIC ਆ ਸਕਦਾ, ਤੁਹਾਨੂੰ ਇਹਦੀ ਫੁੱਲ ਫਾਰਮ ਦੱਸੋ ਜੀ। ਇਹਦੀ ਫੁੱਲ ਫਾਰਮ ਹੈਗੀ ਹੈ ਨੈਟਵਰਕ ਇੰਟਰਫੇਸ ਕਾਰਡ। ਤਾਂ ਤੁਹਾਨੂੰ ਪਤਾ ਕਿ ਫੁੱਲ ਫਾਰਮ ਵੀ ਆ ਸਕਦੀ ਆ, ਅਤੇ ਬਾਕੀ ਤੁਹਾਨੂੰ ਇਹਦੇ ਬਾਰੇ ਪਤਾ ਕਿ ਇਹਦਾ ਕੀ ਗੱਲ ਕਰਦਾ ਹੈ। ਅਤੇ NIC ਮਤਲਬ ਕਿ ਨੈਟਵਰਕ ਇੰਟਰਫੇਸ ਕਾਰਡ ਆ ਜੀ। ਉਹਦੇ ਬਾਰੇ ਦੱਸਿਆ ਕਿ ਇਹ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੈ ਜੋ ਕੰਪਿਊਟਰ ਵਿੱਚ ਇੰਸਟਾਲ ਹੁੰਦਾ ਹੈ ਅਤੇ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹੈ। ਇਹ ਕੰਪਿਊਟਰ ਅਤੇ ਸਰਵਰ ਦੁਆਰਾ ਕੰਪਿਊਟਰ ਵਿੱਚ ਫਿੱਟ ਜਾਂ ਮੌਜੂਦ ਹੋਣਾ ਚਾਹੀਦਾ ਹੈ। ਅਸਲ ਵਿੱਚ ਇਹ ਕਾਰਡ ਸਰਵਰ ਕਲਾਇੰਟ ਨਾਲ ਸੰਬੰਧ ਬਣਾਉਂਦਾ ਹੈ। ਹਰੇਕ ਨੈਟਵਰਕ ਇੰਟਰਫੇਸ ਕਾਰਡ ਨਾਲ ਜੁੜੇ ਕਲਾਇੰਟ ਦਾ ਆਪਣਾ ਇੱਕ ਨੰਬਰ ਹੁੰਦਾ ਹੈ ਜਿਸ ਨੂੰ ਨੋਡ ਐਡਰੈਸ ਕਿਹਾ ਜਾਂਦਾ ਹੈ, ਠੀਕ ਆ ਜੀ। ਅਤੇ ਨੈਟਵਰਕ ਕਾਰਡ ਦੋ ਤਰ੍ਹਾਂ ਦੇ ਹੁੰਦੇ ਆ, ਤਾਰ ਵਾਲਾ ਅਤੇ ਵਾਇਰਲੈਸ, ਠੀਕ ਆ ਜੀ।
ਤਾਂ ਆਹ ਤੁਹਾਡੇ ਸਾਹਮਣੇ ਇੰਟਰਫੇਸ ਜਿਹੜਾ ਹੈਗਾ ਜੀ NIC ਉਹਦੀ ਫੋਟੋ ਆ ਜਿਹੜੇ ਆਪਾਂ ਗੱਲ ਕਰਦੇ ਪਏ ਹਾਂ ਕਿ ਇਹਦੇ ਨਾਲ ਹੀ ਮਿਲ ਕੇ ਲਿੰਕ ਵਗੈਰਾ ਬਣਾਏ ਜਾਂਦੇ ਆ ਨੈਟਵਰਕ ਬਣਾਉਣ ਵਾਸਤੇ। ਅਤੇ ਹੱਬ ਤੁਸੀਂ ਵੇਖ ਸਕਦੇ ਹੋ ਜੀ ਕਿ ਹੱਬ ਕਿਹਨੂੰ ਕਹਿੰਦੇ ਆ, ਠੀਕ ਆ ਜੀ। ਹੱਬ ਇੱਕ ਨਾ ਹੁੰਦਾ ਵਾ ਇੱਕ ਡੱਬਾ ਜਿਹਾ ਹੁੰਦਾ ਵਾ VCR ਵਾਂਗੂ ਹੁੰਦਾ ਵਾ, ਜਿੱਦਾਂ ਆਪਣੇ ਹੁੰਦਾ ਹੈ ਨਾ ਡਿਸ਼ ਵਾਲੇ ਹੁੰਦੇ ਡੱਬੇ ਦੇ, ਉਹ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਰਿਸੀਵਰ, ਠੀਕ ਆ ਜੀ। ਰਿਸੀਵਰ ਵਰਗਾ ਹੁੰਦਾ ਵਾ ਨੈਟਵਰਕ ਸਵਿੱਚ। ਅਤੇ ਇਹ ਹੁੰਦਾ ਜੀ ਕਿ ਨੈਟਵਰਕ ਇੱਕ ਹੱਬ ਇੱਕ ਅਜਿਹਾ ਯੰਤਰ ਹੈ ਜੋ ਬਹੁਪੱਖੀ ਕੰਪਿਊਟਰ ਨੂੰ ਕਹਿ ਰਹੇ ਨੈਟਵਰਕ ਡਿਵਾਈਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਮਤਲਬ ਕਿ ਇੱਕ ਡਿਵਾਈਸ ਹੁੰਦਾ ਜੀ ਬਹੁਤ ਸਾਰੇ ਜਿਹੜੇ ਕੰਪਿਊਟਰਾਂ ਨੂੰ ਮਤਲਬ ਕਿ ਆਪਣੇ ਨਾਲ ਜੋੜ ਕੇ ਰੱਖਦਾ ਵਾ, ਠੀਕ ਆ ਜੀ। ਅਤੇ ਇੱਕ ਸਰਵਰ ਦੇ ਅਕੋਰਡਿੰਗ, ਅਤੇ ਇਸ ਲਈ ਮਤਲਬ ਕਿ ਸਧਾਰਨ ਰੂਪ ਵਿੱਚ ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਨੂੰ ਪੈਕੇਜ ਨੂੰ ਡੁਪਲੀਕੇਟ ਕਰਨ ਦਾ ਕੰਮ ਕਰਦਾ ਹੈ ਅਤੇ ਸਮੂਹ ਪੋਰਟਾਂ 'ਤੇ ਉਪਲਬਧ ਕਰਾਉਂਦਾ ਹੈ। ਇਸ ਲਈ ਹੱਬ ਨਾਲ ਜੁੜੇ ਕੰਪਿਊਟਰਾਂ ਦਰਮਿਆਨ ਡਾਟਾ ਵੰਡ ਦੀ ਆਗਿਆ ਦਿੰਦਾ ਹੈ। ਮਤਲਬ ਕਿ ਜਿੱਦਾਂ ਕੋਈ ਡਾਟਾ ਭੇਜਿਆ ਵਾ, ਉਹ ਡਾਟਾ ਦੂਜੇ ਨੂੰ ਭੇਜਦਾ ਮਤਲਬ ਕਿ ਉਹ ਕਾਪੀ ਕਰਕੇ ਉਹਨੂੰ ਭੇਜੀ ਜਾਂਦਾ, ਕਾਪੀ ਕਰਕੇ ਉਹਨੂੰ ਭੇਜੀ ਜਾਂਦਾ, ਹਰੇਕ ਨੂੰ ਭੇਜੀ ਜਾਂਦਾ, ਉਹ ਚੀਜ਼ ਆ ਹੱਬ ਸਵਿੱਚ ਕੰਮ ਕਰਦਾ। ਅਤੇ ਰਾਊਟਰ ਦੀ ਗੱਲ ਕਰਦੇ ਹਾਂ, ਰਾਊਟਰ ਤੁਹਾਡੇ ਸਾਹਮਣੇ ਆ ਜੀ। ਅਤੇ ਜਦੋਂ ਮਤਲਬ ਤੁਸੀਂ ਨੈੱਟ ਵਗੈਰਾ ਚਲਾਉਂਦੇ ਹੋਗੇ ਤੁਹਾਨੂੰ ਰਾਊਟਰ ਵਗੈਰਾ ਮਿਲਦਾ ਵਾ, ਜਗਦੀਆਂ ਬਿੰਦੀਆਂ ਹੁੰਦੀਆਂ ਉਹਦੇ ਨਾਲ ਉੱਤੇ ਨਾ ਦੋ ਲੱਗੇ ਹੁੰਦੇ ਆ, ਸਪਰਿੰਗ ਜਿਹੇ ਲੱਗੇ ਹੁੰਦੇ ਆ, ਫੋਟੋ 'ਚ ਤੁਸੀਂ ਦੇਖ ਲਓਗੇ ਆਰਾਮ ਨਾਲ। ਅਤੇ ਇੱਕ ਹਾਰਡਵੇਅਰ ਡਿਵਾਈਸ ਆ ਜੀ ਕਿ ਜੋ ਡਾਟਾ ਨੂੰ ਪ੍ਰਾਪਤ ਕਰਦਾ ਅਤੇ ਪ੍ਰਾਪਤ ਡਾਟਾ ਦਾ ਨਿਰੀਖਣ ਕਰਕੇ ਉਸ ਹੀ ਨੈਟਵਰਕ ਵਿੱਚ ਦੂਸਰੇ ਨੈਟਵਰਕ ਵਿੱਚ ਅੱਗੇ ਭੇਜਦਾ ਹੈ, ਠੀਕ ਆ ਜੀ। ਜਿੱਦਾਂ ਮਤਲਬ ਕਿ ਕੋਈ ਬਿਜਲੀ ਡਾਟਾ ਆ ਰਿਹਾ ਵਾ ਜਾਂ ਕੋਈ ਸੂਚਨਾ ਆ ਰਹੀ ਹੈ, ਕੋਈ ਦੂਜੀ ਬਿਜਲੀ ਡਾਟਾ ਰਾਹੀਂ ਆਉਂਦੀ ਆ, ਉਹ ਦੂਜੇ ਡਾਟਾ 'ਚ ਕਨਵਰਟ ਕਰ ਦਿੰਦਾ, ਤਾਂ ਉਹ ਚੀਜ਼ ਸਿਸਟਮ ਹੀ ਕਰਦਾ। ਅਤੇ ਨੈਟਵਰਕ ਦੇ ਲਾਭ ਕਿਹੜੇ ਆ ਕਿ ਡਾਟਾ ਦੀ ਸੂਚਨਾ ਨੂੰ ਸਾਂਭ ਕੇ ਸਾਂਝ ਕਰਨ ਲਈ ਮਤਲਬ ਕਿ ਸ਼ੇਅਰ ਕਰਦਾ ਵਾ, ਹਾਰਡਵੇਅਰ ਅਤੇ ਸਾਫਟਵੇਅਰ ਸ਼ੇਅਰ ਕਰਦਾ ਜੀ, ਠੀਕ ਆ ਜੀ। ਜਿੱਦਾਂ ਮਤਲਬ ਪ੍ਰਿੰਟਰ 'ਤੇ ਕੋਈ ਚੀਜ਼ ਕੱਢਣੀ ਆ ਜਾਂ ਕੁਛ ਵੀ ਕਰਨਾ ਵਾ, ਠੀਕ ਆ। ਅਤੇ ਜਿੱਦਾਂ ਮਤਲਬ ਕਿ ਜਿਹੜਾ ਸਾਫਟਵੇਅਰ ਹੁੰਦਾ ਉਹਦੇ ਵਿੱਚ ਡਾਟੇ ਨੂੰ ਉੱਦਾਂ ਕੰਪਿਊਟਰ ਦੇ ਵਿੱਚ ਰੱਖਦਾ ਵਾ, ਫਿਰ ਅੱਗੇ ਉਹਦਾ ਹਾਰਡ ਕਾਪੀ ਕੱਢ ਦਿੰਦਾ ਵਾ। ਅਤੇ ਕਮਿਊਨੀਕੇਸ਼ਨ ਮੀਡੀਆ ਜੀ, ਅਤੇ ਇੱਕ ਸੰਚਾਰ ਦਾ ਵਧੀਆ ਮਤਲਬ ਕਿ ਸਾਧਨ ਆ ਜੀ। ਤੁਹਾਨੂੰ ਪਤਾ ਨੈਟਵਰਕ ਦੇ ਰਾਹੀਂ ਆਪਾਂ ਜਿੱਥੇ ਮਰਜ਼ੀ ਕਾਲ ਲਾ ਲੈਂਦੇ ਹਾਂ, ਠੀਕ ਆ ਜੀ। ਅਤੇ ਫਾਈਲ ਇੰਟੋਗ੍ਰਿਟੀ ਮਤਲਬ ਕਿ ਨੈਟਵਰਕ ਰਾਹੀਂ ਫਾਈਲਾਂ ਦੀ ਇੰਟੋਗ੍ਰਿਟੀ ਮਤਲਬ ਕਿ ਅਖੰਡਤਾ ਬਣੀ ਰਹਿੰਦੀ ਆ, ਇਹ ਜਿਸ ਨਾਲ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ। ਮਤਲਬ ਕਿ ਆਪਣਾ ਕਿਸੇ ਨੂੰ ਕੋਈ ਚੀਜ਼ ਭੇਜਣੀ ਆ ਤਾਂ ਜੇ ਮੰਨ ਲਓ ਆਪਾਂ ਉਹਨੂੰ ਆ ਜਾ ਕੇ ਫੜਾਉਣ ਜਾਂਦੇ ਹਾਂ, ਟਾਈਮ ਲੱਗ ਜਾਂਦਾ, ਆਪਾਂ ਇੱਥੋਂ ਹੁਣੇ ਈਮੇਲ ਕਰਾਂਗੇ ਉਸੇ ਟਾਈਮ ਉਸੇ ਬੰਦੇ ਨੂੰ ਪਹੁੰਚਦੀ, ਉਹਨਾਂ ਟਾਈਮ ਬਚਦਾ ਆਪਣਾ। ਭਰੋਸੇਯੋਗਤਾ ਜੀ, ਜੇ ਆਪਾਂ ਕਿਸੇ ਨੂੰ ਮੇਲ ਕੀਤੀ ਆ ਜੀ ਤਾਂ ਆਪਣੀ ਕੋਈ ਵੀ ਬੰਦਾ, ਮੈਂ ਹੁਣ ਕਹਾਂ ਮੈਨੂੰ ਤੁਹਾਡੀ ਈਮੇਲ ਥੋੜ੍ਹਾ ਨਹੀਂ ਪਤਾ ਕਿਸੇ ਦੀ ਵੀ, ਅਤੇ ਕੋਈ ਕਿਸੇ ਨੂੰ ਕੀ ਚੀਜ਼ ਭੇਜ ਦਿਆ ਵਾ, ਮਤਲਬ ਕਿ ਪ੍ਰਾਈਵੇਸੀ ਆ। ਅਤੇ ਲਚਕਤਾ ਜੀ, ਠੀਕ ਆ। ਨੈਟਵਰਕ ਵੱਧ ਫਲੈਕਸੀਬਿਲਿਟੀ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਵਿੱਚ ਵੱਖ ਵਿਕਰੇਤਾਵਾਂ ਦੇ ਯੰਤਰਾਂ ਨੂੰ ਜੋੜਨ ਦੀ ਸੰਭਾਵਨਾ ਹੁੰਦੀ ਆ, ਠੀਕ ਆ ਜੀ। ਅਤੇ ਨੈਟਵਰਕ ਦੇ ਵਿੱਚ ਤੁਹਾਨੂੰ ਪਤਾ ਜਿੰਨੇ ਮਰਜ਼ੀ ਚੀਜ਼ਾਂ ਮਤਲਬ ਕਿ ਕੰਪਿਊਟਰ ਜੋੜ ਸਕਦੇ ਹਾਂ। ਜਿੱਦਾਂ ਮੰਨ ਲਓ ਆਪਾਂ ਵਾਈਫਾਈ ਕੀਤਾ ਵਾ ਤਾਂ ਆਪਾਂ ਵਾਈਫਾਈ ਸਾਰਿਆਂ ਨੂੰ ਦੇ ਸਕਦੇ ਹਾਂ, ਇਹ ਨਹੀਂ ਕਿ 2-3 ਬੰਦਿਆਂ ਨੂੰ ਦੇ ਸਕਦੇ ਹਾਂ ਜਾਂ ਇੱਕ ਬੰਦੇ ਨੂੰ ਦੇ ਸਕਦੇ ਹਾਂ। ਸਿਕਿਉਰਿਟੀ ਵੀ ਆ ਜੀ, ਆਪਾਂ ਜਿੱਦਾਂ ਮੰਨ ਲਓ ਕਿਸੇ ਨੂੰ ਆਪਾਂ ਵਾਈਫਾਈ ਦੇਣਾ ਵਾ, ਠੀਕ ਆ, ਤਾਂ ਆਪਾਂ ਹੌਟਸਪੌਟ 'ਤੇ ਲਾ ਲੈਂਦੇ ਹਾਂ ਨਾ ਜੀ, ਕਿ ਦੂਜਾ ਆਪਾਂ ਪਾਸਵਰਡ ਲਾ ਲੈਂਦੇ ਹਾਂ ਕਿ ਸਿਕਿਉਰਿਟੀ ਆ ਨੈਟਵਰਕ, ਕੋਈ ਹੈਂਗ ਨਹੀਂ ਛੇਤੀ ਕਰ ਸਕਦਾ। ਸਪੀਡ ਆ ਜੀ ਕਿ ਆਪਾਂ ਜਲਦੀ ਚੀਜ਼ਾਂ ਨੂੰ ਮਤਲਬ ਕਿ ਭੇਜ ਸਕਦੇ ਹਾਂ ਨੈਟਵਰਕ ਅਸੀਂ, ਜੇ ਮੰਨ ਲਓ ਆਪਾਂ ਫਿਜ਼ੀਕਲੀ ਉੱਦਾਂ ਦੇ ਜਾਂਦੇ ਹਾਂ, ਆਪਣਾ ਟਾਈਮ ਲੱਗ ਜੂ, ਉੱਦਾਂ ਜੇ ਆਪਾਂ ਮੇਲ ਵਗੈਰਾ ਕਰਦੇ ਕੁਛ ਕਰ ਦਈਏ ਤਾਂ ਆਪਾਂ ਉਸੇ ਫਾਈਲਾਂ ਚੱਲ ਜਾਣਗੀਆਂ। ਅਤੇ ਬਾਕੀ ਮੈਂ ਤੁਹਾਨੂੰ ਸਿਰਫ ਹਲੇ ਜਿਹੜੀ ਇਹਨਾਂ ਦੀ ਮੇਨ ਗੱਲਾਂ ਉਹੀ ਦੱਸ ਰਿਹਾ ਵਾਂ, ਬਾਕੀ ਤੁਸੀਂ PDF ਦੇ ਵਿੱਚ ਆਪ ਵੀ ਪੜ੍ਹ ਲਿਓ ਜੀ, ਅਤੇ PDF ਤਾਂ ਟੈਲੀਗ੍ਰਾਮ 'ਤੇ ਲੈ ਸਕਦੇ ਹੋ ਜੀ ਮੈਸੇਜ ਕਰਕੇ, ਠੀਕ ਆ ਜੀ। ਅਤੇ ਨੈਟਵਰਕ ਦੀ ਹਾਨੀਆਂ ਕਿ ਨੈਟਵਰਕ ਫੇਲ ਹੋਣਾ, ਹੁਣ ਕਿ ਰੇਂਜ ਵਗੈਰਾ ਨਾ ਹੋਣੀ, ਠੀਕ ਆ ਜੀ। ਮੈਨੇਜਮੈਂਟ ਕਰਨਾ ਔਖਾ ਹੁੰਦਾ ਵਾ, ਅਤੇ ਇਹ 'ਚ ਦਿੱਕਤ ਆਉਂਦੀ ਆ। ਸਿਕਿਉਰਿਟੀ ਦੀ ਤਰ੍ਹਾਂ ਮਤਲਬ ਕਿ ਨੈਟਵਰਕ ਹਮੇਸ਼ਾ ਮੌਜੂਦ ਹੁੰਦਾ ਵਾ, ਅਤੇ ਜਿੱਦਾਂ ਮਤਲਬ ਕੋਈ ਆਪਣੇ ਡਾਟਾ ਨੂੰ ਹੈਂਗ ਵਗੈਰਾ ਕਰ ਲੈਂਦਾ ਜੀ। ਅਤੇ ਬਣਾਉਣਾ ਮਹਿੰਗਾ, ਕਿ ਨੈਟਵਰਕ ਜਿਹੜਾ ਹੈਗਾ ਜੀ ਬਹੁਤ ਮਹਿੰਗਾ ਵਾ, ਤੁਹਾਨੂੰ ਪਤਾ ਵਾ। ਅਤੇ ਵੱਡੀਆਂ ਜਿਹੜੀ ਸੰਸਥਾਵਾਂ ਦੀ ਕੇਬਲ ਅਤੇ ਹੋਰ ਹਾਰਡਵੇਅਰ ਖਰੀਦਣੇ ਅਤੇ ਬਦਲਣੇ ਔਖੇ ਹੁੰਦੇ ਹਨ। ਜਿੱਦਾਂ ਮੰਨ ਲਓ ਕੋਈ ਵੱਡੇ ਸੰਸਥਾਵਾਂ ਉਹਨਾਂ ਵਿੱਚ ਵੱਡੀਆਂ ਤਾਰਾਂ ਡਾਟਾ ਟਰਾਂਸਫਰ ਕਰਨ ਵਾਸਤੇ ਜਾਂ ਕਈ ਚੀਜ਼ਾਂ ਲਾਉਣੀਆਂ ਪੈਂਦੀਆਂ ਵਾ, ਤਾਂ ਉਹਨਾਂ ਲਈ ਔਖਾ ਵਾ, ਠੀਕ ਆ ਜੀ। ਤਾਂ ਆਪਾਂ ਨੈਟਵਰਕ ਟੋਪੋਲੋਜੀ ਦੀ ਗੱਲ ਕਰਦੇ ਹਾਂ ਜੀ, ਟੋਪੋਲੋਜੀ। ਅਤੇ ਕੰਪਿਊਟਰ ਦੀ ਨੈਟਵਰਕ ਡਿਵਾਈਸਾਂ ਯੰਤਰਾਂ ਦੇ ਗ੍ਰਾਫੀਕਲ ਪ੍ਰਬੰਧ ਨੂੰ ਨੈਟਵਰਕ ਟੋਪੋਲੋਜੀ ਕਿਹਾ ਜਾਂਦਾ ਹੈ, ਠੀਕ ਹੈ। ਗ੍ਰਾਫੀਕਲ ਅਰੇਂਜਮੈਂਟ ਨੂੰ ਅਲੱਗ ਨੋਡਸ ਅਤੇ ਕੰਪਿਊਟਰ ਨੈਟਵਰਕ ਆਪਸ ਵਿੱਚ ਜਿਸ ਕ੍ਰਮ ਵਿੱਚ ਜੁੜੇ ਹੁੰਦੇ ਹਨ ਟੋਪੋਲੋਜੀ ਕਿਹਾ ਜਾਂਦਾ ਵਾ, ਠੀਕ ਆ ਜੀ। ਕਿ ਅਲੱਗ ਨੋਡਸ ਅਤੇ ਕੰਪਿਊਟਰ ਨੈਟਵਰਕ ਆਪਸ ਵਿੱਚ ਜੁੜੇ ਹੁੰਦੇ ਹਨ, ਜਿਸ ਤਰੀਕੇ ਨਾਲ ਉਹਨਾਂ ਨੋਡਸ ਕਹਿੰਦੇ ਕਿ ਕਿਸ ਤਰ੍ਹਾਂ ਮੇਰੇ ਕੰਪਿਊਟਰ ਜੁੜੇ ਹੋਏ ਆ। ਅਤੇ ਅੱਗੇ ਤੁਹਾਨੂੰ ਮੈਂ ਦਿਖਾਊਂਗਾ ਕੋਈ ਸਟਾਰ ਟੋਪੋਲੋਜੀ ਦੇ ਵਿੱਚ ਜੁੜਿਆ ਹੁੰਦਾ ਵਾ, ਠੀਕ ਆ। ਕੋਈ ਗੋਲ ਜਿਹੇ ਤਰੀਕੇ ਨਾਲ ਕੋਈ ਬੱਸ ਟਰੋਪੀ ਨਾਲ ਜੁੜਿਆ ਹੁੰਦਾ ਵਾ, ਤੁਹਾਨੂੰ ਫੋਟੋ ਵੀ ਦਿਖਾਵਾਂਗਾ ਅੱਗੇ, ਜੋ ਤੁਸੀਂ ਉਹ ਦੇਖੋਗੇ ਤੁਹਾਨੂੰ ਸਮਝ ਲੱਗ ਜੂ ਟੋਪੋਲੋਜੀ ਕੀ ਆ। ਮਤਲਬ ਕਿ ਇੱਕ ਇੱਦਾਂ ਦਾ ਇੱਕ ਬਣਾਇਆ
ਗ੍ਰਾਫੀਕਲ ਜਿਹਾ ਅਰੇਂਜਮੈਂਟ ਕੀਤੀ ਗਈ ਆ ਕਿ ਜਿੱਦਾਂ ਮੰਨ ਲਓ ਕਿਸੇ ਨੂੰ ਸਰਕਲ 'ਚ ਰੱਖਿਆ ਵਾ ਜਾਂ ਇੱਕੇ ਲਾਈਨ 'ਚ ਲਾਏ ਹੋਏ ਆ, ਨੈਟਵਰਕ ਨੂੰ ਜੋੜਿਆ ਆਪਸ ਵਿੱਚ, ਮਤਲਬ ਕਿ ਕੰਪਿਊਟਰ ਨੂੰ ਜੋੜਨਾ ਹੁੰਦਾ ਕੰਮ ਇਹਦੇ ਵਿੱਚ। ਅਤੇ ਟੋਪੋਲੋਜੀ ਜਿਹੜਾ ਲੌਜਿਕ ਆ ਜੀ ਜਾਂ ਭੌਤਿਕ ਤਰੀਕੇ ਨਾਲ ਪਤਾ ਕੀਤਾ ਜਾ ਸਕਦਾ ਜੀ। ਅਤੇ ਫਿਜ਼ੀਕਲ ਟੋਪੋਲੋਜੀ ਵਿੱਚ ਨੈਟਵਰਕ ਦੇ ਭਾਗ ਜਿਵੇਂ ਕਿ ਡਿਵਾਈਸ ਦੀ ਜਗ੍ਹਾ ਦੀ ਕੇਬਲ ਤਾਰ ਦੀ ਇੰਸਟਾਲ, ਮਤਲਬ ਕਿ ਇਹਦੇ ਵਿੱਚ ਹੁੰਦਾ ਕਿ ਕਈ ਚੀਜ਼ਾਂ ਹੁੰਦੀਆਂ ਕਿ ਤਾਰਾਂ ਰਾਹੀਂ ਮਤਲਬ ਕਿ ਭੇਜਿਆ ਜਾਂਦਾ ਵਾ, ਨੈਟਵਰਕ ਕ੍ਰੀਏਟ ਕੀਤਾ ਜਾਂਦਾ ਵਾ, ਉਹਦੇ ਬਾਰੇ ਆ। ਜੇ ਤੁਸੀਂ ਉਹਦੇ ਬਾਰੇ ਚੰਗੀ ਤਰ੍ਹਾਂ ਟੋਪੋਲੋਜੀ ਦੇਖੋਗੇ ਜੀ, ਬਾਕੀ ਇਹ ਜਿਹੜੀ ਕਿਸਮਾਂ ਉਹਦੇ ਬਾਰੇ ਤੁਹਾਨੂੰ ਪਤਾ ਜੀ ਟੋਪੋਲੋਜੀ ਕੀ ਹੁੰਦਾ ਵਾ। ਇੱਕ ਇਹ ਆ ਕਿ ਬਸ ਚੀਜ਼ਾਂ ਨੂੰ ਨਾ ਕਿਸੇ ਚੀਜ਼ ਰਾਹੀਂ ਕੰਪਿਊਟਰ ਨਾਲ ਹਰੇਕ ਨੂੰ ਨਾ ਆਪਸ ਵਿੱਚ ਜੋੜਿਆ ਹੁੰਦਾ ਵਾ, ਕੰਪਿਊਟਰ ਨੂੰ ਕਿਸੇ ਨੂੰ ਹੱਬ ਨਾਲ ਜੋੜਿਆ ਹੁੰਦਾ ਜਾਂ ਤਾਰ ਨਾਲ ਜੋੜਿਆ ਹੁੰਦਾ ਵਾ, ਕਿਸ ਤਰੀਕੇ ਨਾਲ, ਮਤਲਬ ਕਿ ਕਈਆਂ ਨੂੰ ਬੱਸ ਟੋਪੋਲੋਜੀ ਬਣਾਈ ਹੁੰਦੀ, ਸਟਾਰ ਟੋਪੋਲੋਜੀ ਬਣਾਈ ਹੁੰਦੀ ਆ। ਤਾਂ ਉਹ ਵੇਖਦੇ ਕਿ ਜਿਹੜਾ ਡਾਟਾ ਵਾ ਕਿੱਦਾਂ ਮਤਲਬ ਕਿ ਪ੍ਰਵਾਹ ਰਿਹਾ ਵਾ, ਠੀਕ ਆ। ਜਿੱਦਾਂ ਮੰਨ ਲਓ ਕਿ ਨੋਡ A ਅਤੇ B ਵੇਖ ਸਕਦੇ ਹੋ, A ਜਿਹੜੀ ਹੈਗੀ ਆ, ਤਾਂ ਇਹਦੇ ਵਿੱਚ ਲਿੰਕ ਇੱਕ ਤਾਰ ਪਾਈ ਆ, ਤਾਂ ਇੱਕ ਨੈਟਵਰਕ ਬਣਾਇਆ ਇਹਨਾਂ ਦੇ ਵਿੱਚ ਤਾਰ ਨੂੰ। ਅਤੇ ਇੱਕ ਵੇਖ ਲਓ B ਨੰਬਰ 'ਤੇ ਵੇਖ ਲਓ ਕਿ ਇੱਕ ਹੱਬ ਆ, ਹੱਬ ਨਾਲ ਸਾਰੇ ਕੰਪਿਊਟਰ ਜੁੜੇ ਹੋਏ, ਮਤਲਬ ਕਿ ਨੈਟਵਰਕ ਬਣਾਇਆ ਹੱਬ ਨੂੰ। ਤਾਂ ਇਹ ਹੈ ਕਿ ਆਪਾਂ ਕਿਸ ਚੀਜ਼ ਨਾਲ ਮਤਲਬ ਕਿ ਆਪਾਂ ਆਪਣੇ ਨੈਟਵਰਕ ਰਾਹੀਂ ਲਈ ਫਾਈਲਾਂ ਦਾ ਸੰਚਾਰ ਵਗੈਰਾ, ਡਾਟੇ ਦਾ ਸੰਚਾਰ ਵਗੈਰਾ ਕਰ ਸਕਦੇ ਹਾਂ। ਅਤੇ ਜਿਹੜੇ ਕਿ ਕੀ ਗੱਲਾਂ ਧਿਆਨ ਰੱਖਣਾ ਚਾਹੁੰਦਾ ਜੀ ਉਹ ਤੁਸੀਂ ਵੇਖ ਸਕਦੇ ਹੋ ਜੀ, ਵੈਸੇ ਜ਼ਰੂਰੀ ਨਹੀਂ ਆ, ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹ ਦੱਸਾਂਗਾ। ਬਸ ਇੱਕ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਸਮਝ ਹੋਊਗੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਅਤੇ ਜਦੋਂ ਮਤਲਬ ਕਿ ਆਪਾਂ ਟੋਪੋਲੋਜੀ ਦੀ ਚੋਣ ਕਰਦੇ ਹਾਂ ਜੀ, ਅਤੇ ਅਸੀਂ ਉਹਨਾਂ ਯੰਤਰਾਂ ਜਾਂ ਡਿਵਾਈਸਾਂ ਦਾ ਧਿਆਨ ਰੱਖਦੇ ਹਾਂ ਜਿਸ ਨਾਲ ਜੁੜੇ ਜਾਂਦੇ ਆ, ਠੀਕ ਆ ਜੀ। ਪੀਅਰ ਟੂ ਪੀਅਰ, ਇਸ ਤਰ੍ਹਾਂ ਦੇ ਸੰਬੰਧ ਵਿੱਚ ਲਿੰਕ ਨਾਲ ਜੋੜਨ ਲਈ ਸਾਰੇ ਡਿਵਾਈਸ ਦਾ ਦਰਜਾ ਬਰਾਬਰ ਹੁੰਦਾ ਵਾ, ਜਿਵੇਂ ਰਿੰਗ ਮੈਸ਼ ਟੋਪੋਲੋਜੀ, ਠੀਕ ਆ ਜੀ। ਪੀਅਰ ਟੂ ਪੀਅਰ ਵਿੱਚ ਕਿਹੜੇ ਆਉਂਦੇ ਆ ਜੀ, ਪੁੱਛ ਸਕਦੇ ਹੋ ਟੋਪੋਲੋਜੀ। ਅਤੇ ਇਹਦੇ ਵਿੱਚ ਇਹ ਹੈ ਕਿ ਸਾਰੇ ਜਿਹੜੇ ਯੰਤਰ ਹੁੰਦੇ ਆ ਜੀ ਉਹਨਾਂ ਵਿੱਚ ਬਰਾਬਰਤਾ ਰੱਖੀ ਹੁੰਦੀ, ਕਿਸੇ ਨੂੰ ਮਤਲਬ ਕਿ ਵੱਧ ਦਾ ਦਰਜਾ ਦਿੱਤਾ ਜਾਂਦਾ, ਜਾਂ ਮਤਲਬ ਕਿ ਇੱਕ ਡਿਵਾਈਸ ਨੂੰ ਮੇਨ ਨਹੀਂ ਬਣਾਇਆ ਜਾਂਦਾ, ਠੀਕ ਆ ਜੀ। ਅਤੇ ਜਿਹੜੀ ਇਹਦੀ ਕਲਾਇੰਟ ਸਰਵਰ ਆ, ਇਹਦੇ ਵਿੱਚ ਇੱਕ ਡਿਵਾਈਸ ਆ ਜੀ, ਉਹਨੂੰ ਟਰੈਫਿਕ ਕੰਟਰੋਲ ਦਿੱਤਾ ਜਾਂਦਾ ਵਾ, ਅਤੇ ਬਾਕੀ ਉਹਦੇ ਅਕੋਰਡਿੰਗ ਚੱਲਦੀਆਂ ਨੇ, ਠੀਕ ਆ ਬਾਕੀ ਡਿਵਾਈਸਾਂ। ਅਤੇ ਨੈਟਵਰਕ ਦੀਆਂ ਜਿਹੜੀਆਂ ਕਿਸਮਾਂ ਦੀ ਟੋਪੋਲੋਜੀ ਦੀਆਂ ਉਹਦੀਆਂ ਕੀ ਬੱਸ ਟੋਪੋਲੋਜੀ, ਰਿੰਗ ਟੋਪੋਲੋਜੀ, ਸਟਾਰ ਟੋਪੋਲੋਜੀ, ਮੈਸ਼ ਟੋਪੋਲੋਜੀ, ਟਰੀ ਟੋਪੋਲੋਜੀ ਅਤੇ ਹਾਈਬਰਡ ਟੋਪੋਲੋਜੀ। ਅਤੇ ਜਿਹੜੀ ਬੱਸ ਟੋਪੋਲੋਜੀ ਆ ਜੀ, ਇੱਕ ਬਹੁਤ ਹੀ ਸਧਾਰਨ ਨੈਟਵਰਕ ਟੋਪੋਲੋਜੀ ਆ ਜੀ। ਇਸ ਦੀ ਟੋਪੋਲੋਜੀ ਵਿੱਚ ਬਹੁਤ ਸਾਰੇ ਨੋਡਸ ਟੀ ਕਨੈਕਟਰ ਦੀ ਮਦਦ ਨਾਲ ਕੇਬਲ ਜਾਂ ਤਾਰ ਨਾਲ ਜੁੜੇ ਹੁੰਦੇ ਆ ਜੀ, ਠੀਕ ਆ ਜੀ। ਇਹਦੇ ਵਿੱਚ ਇੱਦਾਂ ਹੁੰਦਾ ਜੀ, ਇੱਕ ਨਾ ਤੁਹਾਨੂੰ ਮੈਂ ਦੱਸਦਾ ਕਿ ਤਾਰ ਹੁੰਦੀ ਆ ਜੀ, ਉਹਦੇ ਨਾਲ ਮਤਲਬ ਕਿ ਕੰਪਿਊਟਰ ਜੁੜੇ ਹੁੰਦੇ ਆ, PC ਜੁੜਿਆ ਹੁੰਦਾ ਵਾ, ਸਰਵਰ ਜਿਹੜਾ ਆਪਣਾ CPU ਹੁੰਦਾ ਉਹਨਾਂ ਜੁੜਿਆ ਹੁੰਦਾ ਵਾ, ਪ੍ਰਿੰਟਰ ਜੁੜਿਆ ਹੁੰਦਾ ਵਾ। ਇੱਕ ਤਾਰ ਹੁੰਦੀ ਆ ਟੀ ਕਨੈਕਟਰ, ਠੀਕ ਆ। ਅਤੇ ਇੱਕ ਟਰਮੀਨਲ ਲਾਏ ਹੁੰਦੇ ਆ ਜੀ ਸਾਈਡ 'ਤੇ, ਮਤਲਬ ਕਿ ਜੇ ਤਾਰ ਵਿੱਚੋਂ ਦੀ ਲੰਘਾਈ ਜਾਂਦੀ ਆ, ਅਤੇ ਇੱਕ ਸਿਰੇ ਦੇ ਟਰਮੀਨਲ ਲਾ ਕੇ ਉਹਨਾਂ ਸਾਰਿਆਂ ਨੂੰ ਨਾ ਆਪਸ ਵਿੱਚ ਜੋੜਿਆ ਹੁੰਦਾ ਵਾ, ਜਦੋਂ ਫੋਟੋ ਦੇ ਵਿੱਚ ਦੇਖ ਰਹੇ ਨਾ ਇੱਦਾਂ ਜੋੜਿਆ ਹੁੰਦਾ ਇਸ ਵਿੱਚ। ਅਤੇ ਇਹ ਆ ਕਿ ਇੱਕ ਨਾ ਸੋਰਸ ਹੁੰਦਾ ਵਾ, ਇਹ ਜੋ ਸਿੰਗਲ ਭੇਜਿਆ ਜਾਂਦਾ ਜੀ, ਅਤੇ ਬਸ ਕੇਬਲ ਰਾਹੀਂ ਮਤਲਬ ਕਿ ਜੁੜੇ ਰਾਹੀਂ ਜਿਹੜੇ ਵੀ ਹੈਗੇ ਆ ਕੰਪਿਊਟਰ ਜੁੜੇ ਹੁੰਦੇ ਤਾਰ ਨਾਲ, ਸਿਰਫ ਉਹਨਾਂ ਨੂੰ ਹੀ ਮੈਸੇਜ ਭੇਜਿਆ ਜਾ ਸਕਦਾ ਵਾ। ਅਤੇ ਕਿ ਜਿਸ ਨੂੰ ਮਤਲਬ ਕਿ ਸਿਫਟ ਆਪਾਂ ਜਿਵੇਂ ਮੈਸੇਜ ਵਗੈਰਾ ਭੇਜਦੇ ਹਾਂ ਉਹਦਾ IP ਐਡਰੈਸ ਹੁੰਦਾ ਵਾ, ਜਿੱਦਾਂ ਆਪਣੇ ਫੋਨ ਦਾ IP ਐਡਰੈਸ ਹੁੰਦਾ ਨਾ, ਜਿੱਦਾਂ ਆਪਣੇ ਨੂੰ ਭੇਜਿਆ ਆਪਾਂ ਨੂੰ ਆਉਣਾ ਵਾ, ਇਹ ਨਹੀਂ ਕਿ IP ਐਡਰੈਸ ਦੂਜੇ ਵਾਲੇ ਨੂੰ ਚੱਲ ਜਾਊਗਾ, ਠੀਕ ਆ। ਅਤੇ ਇੱਕ ਤਾਰ ਨਾਲ ਜੁੜੇ ਹੁੰਦੇ ਆ। ਬੱਸ ਟੋਪੋਲੋਜੀ ਤੁਸੀਂ ਇੱਕ ਡਾਇਗਰਾਮ ਹੋ ਗਈ, ਇੱਦਾਂ ਜੁੜੇ ਹੁੰਦੇ ਆ, ਤਾਂ ਤੁਹਾਨੂੰ ਪਤਾ ਲੱਗੇਗਾ ਟੀ ਕਨੈਕਟਰ ਨਾਲ ਜੁੜੇ ਹੁੰਦੇ ਆ। ਅਤੇ ਇਹਦੇ ਲਾਭ ਕੀ ਆ ਜੀ ਉਹ ਆਪਾਂ ਦੇਖਦੇ ਹਾਂ ਕਿ ਕੋਈ ਵੀ ਨਵਾਂ ਕੰਪਿਊਟਰ ਆਸਾਨੀ ਨਾਲ ਜੋੜਿਆ ਜਾਂਦਾ, ਮਤਲਬ ਕਿ ਜਦੋਂ ਮਰਜ਼ੀ ਤੁਸੀਂ ਤਾਰ ਦੇ ਵਿੱਚ ਜੋੜ ਸਕਦੇ ਹੋ ਜੀ। ਇਹ ਸਸਤੀ ਤਕਨੀਕ ਆ ਜੀ, ਤਾਰ ਲਿਆਉਣੀ ਪੈਂਦੀ ਆ ਜੀ। ਅਤੇ ਜੇਕਰ ਮਤਲਬ ਕਿ ਇੱਕ ਕੰਪਿਊਟਰ ਫੇਲ ਹੋ ਗਿਆ ਜੀ, ਠੀਕ ਆ ਜੀ, ਤਾਂ ਬਾਕੀ ਕੰਪਿਊਟਰ ਕੋਈ ਪ੍ਰਭਾਵਿਤ ਨਹੀਂ ਹੁੰਦਾ। ਜੇ ਮੰਨ ਲਓ ਇੱਕ ਕੰਪਿਊਟਰ ਖਰਾਬ ਹੋ ਗਿਆ ਜੀ, ਉਹਨੂੰ ਕੱਢ ਦਿਓ ਚਲੋ। ਅਤੇ ਜੇ ਮੰਨ ਲਓ ਉਹਨੂੰ ਸਮਝਣਾ ਅਤੇ ਜੋੜਨਾ ਆਸਾਨ ਨਹੀਂ ਆ, ਤੁਹਾਨੂੰ ਪਤਾ ਤਾਰ ਨਾਲ ਜਿੱਥੇ ਮਰਜ਼ੀ ਆਪਾਂ ਜੋੜ ਸਕਦੇ ਹਾਂ, ਠੀਕ ਆ, ਪਰ ਇੱਕ ਲਾਈਨ ਦੇ ਵਿੱਚ, ਠੀਕ ਆ ਜੀ। ਅਤੇ ਦੂਜੇ ਨੈਟਵਰਕ ਟੋਪੋਲੋਜੀ ਦੇ ਮੁਕਾਬਲੇ ਘੱਟ ਤਾਰ ਦੀ ਜ਼ਰੂਰਤ ਪੈਂਦੀ ਆ ਜੀ, ਠੀਕ ਆ। ਅਤੇ ਛੋਟੇ ਨੈਟਵਰਕ ਵਿੱਚ ਵਰਤੇ ਜਾਂਦੇ, ਛੋਟਾ ਨੈਟਵਰਕ ਤੁਹਾਨੂੰ ਪਤਾ, ਠੀਕ ਆ ਜੀ। ਅਤੇ ਜੇ ਆਪਾਂ ਇਹਦੀਆਂ ਹਾਨੀਆਂ ਵੇਖਦੇ ਹਾਂ ਜੀ, ਅਤੇ ਹਰ ਨੋਡਸ ਨੂੰ ਜੋੜਨ ਦੇ ਮਤਲਬ ਕਿ ਜ਼ਿਆਦਾਤਰ ਤਾਰ ਲੈਂਦੀ ਆ, ਜ਼ਰੂਰਤ ਪੈਂਦੀ ਆ। ਤੁਹਾਨੂੰ ਪਤਾ ਵਾ ਜਦੋਂ ਆਪਾਂ ਹੋਰ ਕੰਪਿਊਟਰ ਨੂੰ ਜੋੜਾਂਗੇ ਤਾਂ ਉੱਥੋਂ ਉਹਦੀ ਤਾਰ ਨਾਲ ਜੋੜਨ ਦੀ ਜਿਹੜੀ ਤਾਰ ਉਹ ਤੁਹਾਨੂੰ ਪਤਾ ਲਿਆਉਣੀ ਪੈਣੀ ਆ। ਅਤੇ ਜੇ ਮੰਨ ਲਾ ਕਿ ਕੇਂਦਰੀ ਲਾਈਨ ਹੀ ਖਰਾਬ ਹੋ ਗਈ ਵਿਚਕਾਰ ਦੀ, ਜਿੰਨਾ ਆਪਾਂ ਜੋੜੇ ਕੰਪਿਊਟਰ, ਤਾਂ ਨੈਟਵਰਕ ਆਪਣਾ ਬੰਦ ਹੋ ਜਾਣਾ ਜੀ। ਜਿਹੜੇ ਕੰਪਿਊਟਰਾਂ ਦੀ ਆਪਾਂ ਗਿਣਤੀ ਵਧਾ ਦਾਂਗੇ ਤਾਂ ਜਿਹੜੀ ਇਹਦੀ ਨੈਟਵਰਕ ਦੀ ਸਪੀਡ ਘੱਟ ਜਾਣੀ ਆ, ਠੀਕ ਆ। ਅਤੇ ਜਿਹੜੀ ਇਹਦੀ ਕੇਬਲ ਦੀ ਲੰਬਾਈ ਸੀਮਿਤ ਹੁੰਦੀ ਆ ਜੀ, ਠੀਕ ਆ ਜੀ। ਅਤੇ ਰਿੰਗ ਟੋਪੋਲੋਜੀ ਦੇ ਮੁਕਾਬਲੇ ਹੌਲੀ ਆ ਜੀ। ਅਤੇ ਦੋਹਾਂ ਕੇਬਲਾਂ ਦੇ ਅਖੀਰ ਵਿੱਚ ਟਰਮੀਨੇਟਰ ਦੀ ਜ਼ਰੂਰਤ ਪੈਂਦੀ ਆ। ਤੁਹਾਨੂੰ ਪਤਾ ਕਿ ਸਿਰੇ ਤੋਂ ਬੰਦ ਕਰਨ ਵਾਸਤੇ ਆਪਣਾ ਟਰਮੀਨੇਟਰ ਦੀ ਲੋੜ ਆ, ਕਿ ਜਿਹੜੇ ਸਿਰੇ 'ਤੇ ਲਾਏ ਜਾ ਪਿੱਛੋਂ ਅਤੇ ਅੱਗੋਂ, ਠੀਕ ਆ।
ਜੇਕਰ ਸਾਰਾ ਨੈਟਵਰਕ ਬੰਦ ਹੋ ਜਾਵੇ ਤਾਂ ਸਮੱਸਿਆਵਾਂ ਦਾ ਪਤਾ ਲਗਾਉਣਾ ਮੁਸ਼ਕਿਲ ਆ ਜੀ। ਠੀਕ ਆ, ਹੁਣ ਰਿੰਗ ਟੋਪੋਲੋਜੀ ਦੀ ਗੱਲ ਕਰਦੇ ਹਾਂ ਜੀ। ਠੀਕ ਆ ਜੀ, ਇੱਕ ਰਿੰਗ ਹੁੰਦੀ ਆ, ਜਿੱਦਾਂ ਆਪਾਂ ਰਿੰਗ ਪਾਉਂਦੇ ਆ ਉਹਦੇ ਗੋਲ ਜੀ ਬਣੀ ਹੁੰਦੀ ਆ, ਤਾਂ ਇੱਕ ਸਾਰੇ ਜਿਹੜੇ ਕੰਪਿਊਟਰ ਰਿੰਗ ਦੀ ਤਰ੍ਹਾਂ ਜੁੜੇ ਹੁੰਦੇ ਆ ਜੀ। ਅਤੇ ਹਰੇਕ ਨੋਟਸ ਅੱਗੇ 2 ਨੋਟਸ ਅੱਗੇ ਨਾਲ ਜੁੜੀ ਹੁੰਦੀ ਆ ਜੀ। ਜਿੱਦਾਂ ਮਤਲਬ ਆਹ ਕੰਪਿਊਟਰ ਜੁੜਿਆ, ਅੱਗੇ ਕੰਪਿਊਟਰ ਨਾਲ ਜੁੜਿਆ ਵਾ, ਇੱਦਾਂ ਦਾ ਰਿੰਗ ਮਤਲਬ ਕਿ ਰਿੰਗ ਨੋਟਸ ਵਗੈਰਾ ਜੁੜੀ ਹੁੰਦੀ ਆ ਜੀ। ਅਤੇ ਇਹਦੀ ਫੋਟੋ ਵੀ ਦਿਖਾਉਣਾ ਤੁਹਾਨੂੰ ਮੈਂ। ਅਤੇ ਇਹਦਾ ਕਿ ਇੱਕ ਦਿਸ਼ਾ ਵੀ ਹੋ ਸਕਦਾ ਜੀ। ਠੀਕ ਆ, ਜਿਸ ਵਿੱਚ ਸਾਰਾ ਟਰੈਫਿਕ ਹੈ ਜੀ ਰਿੰਗ ਦੇ ਦੁਆਲੇ ਕੋਲ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼ ਹੁੰਦਾ ਜੀ। ਮਤਲਬ ਕਿ ਜਿੱਦਾਂ ਕਲੋਕ ਦੀਆਂ ਸੂਈਆਂ ਚੱਲਦੀਆਂ, ਇੱਦਾਂ ਦਾ ਇੱਕ ਗੋਲ ਘਤੇਰੇ 'ਚ ਘੁੰਮਦਾ। ਠੀਕ ਆ, ਇਹ ਡਾਟਾ ਸਵੀਕਾਰ ਕਰਨ ਲੱਗੇ ਆਪਣੇ ਨੋਡ ਆਪਣਾ ਐਡਰੈਸ ਚੈੱਕ ਕਰਦਾ ਹੈ। ਜੇਕਰ ਇਹ ਡਾਟਾ ਉਸੇ ਨੋਡ ਦੀ ਹੈ ਉਹ ਪ੍ਰਾਪਤ ਕਰ ਸਕਦਾ ਵਾ। ਜਿੱਦਾਂ ਮੰਨ ਲਓ ਉਹ ਆਪਾਂ ਡਾਟਾ ਭੇਜਿਆ ਕਿਸੇ ਕੰਪਿਊਟਰ ਨੂੰ। ਠੀਕ ਆ, ਉਹਦਾ ਐਡਰੈਸ ਹੁੰਦਾ ਵਾ, ਜੇ ਮੰਨ ਲਓ ਉਸੇ ਐਡਰੈਸ ਦਾ ਵਾ ਤਾਂ ਉਹਨੇ ਘੁੰਮਣਾ ਵਾ। ਠੀਕ ਆ, ਜਿਸੇ ਦਾ ਵੀ ਹੋਊਗਾ ਉਹ ਐਡਰੈਸ ਉਹਨੇ ਉਹ ਕੰਪਿਊਟਰ ਨੇ ਆਪੇ ਰਿਸੀਵ ਕਰ ਲੈਣਾ। ਠੀਕ ਆ ਜੀ। ਅਤੇ ਰਿੰਗ ਟੋਪੋਲੋਜੀ 2 ਤਰ੍ਹਾਂ ਦੇ ਹੁੰਦੇ ਆ, ਸਿੰਗਲ ਅਤੇ ਡਿਊਲ। ਸਿੰਗਲ ਜਿਹੜਾ ਰਿੰਗ ਹੁੰਦਾ ਜੀ, ਨੈਟਵਰਕ ਵਿੱਚ ਸਾਰੇ ਡਿਵਾਈਸ ਦੁਆਰਾ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ ਵਿੱਚ ਜਾਂਦਾ ਹੈ। ਜੇਕਰ ਡਿਵਾਈਸ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਤਾਂ ਡਾਟਾ ਅੱਗੇ ਭੇਜਦਾ ਹੈ। ਜਦੋਂ ਆਪਣੀ ਜਗ੍ਹਾ 'ਤੇ ਪਹੁੰਚਦਾ ਤਾਂ ਡਾਟਾ ਰਿਸੀਵ ਹੋ ਜਾਂਦਾ। ਠੀਕ ਆ ਜੀ, ਕਿ ਉਹ ਹੌਲੀ ਹੌਲੀ ਗੋਲ ਘਤੇਰੇ ਘੁੰਮਦਾ ਵਾ। ਠੀਕ ਆ ਜੀ, ਅਤੇ ਜਿਹਨੂੰ ਆਪਾਂ ਕੰਪਿਊਟਰ ਨੂੰ ਭੇਜਣਾ ਵਾ, ਪਹਿਲਾਂ ਉਹ ਦੂਜੇ ਪਹਿਲੇ ਕੰਪਿਊਟਰ ਨੂੰ ਜਾਊਗਾ, ਜੇ ਮੰਨ ਲਓ ਉਹਦਾ ਨਹੀਂ ਹੋਊਗਾ ਉਹ ਅੱਗੇ ਫੇਰ ਚੱਲ ਜੂਗਾ, ਮਤਲਬ ਕਿ ਇੱਕ ਭੇਜੂਗਾ। ਅਤੇ ਜਿਹੜਾ ਇੱਦਾਂ ਜੀ ਡਿਊਲ ਰਿੰਗ ਹੁੰਦਾ ਜੀ, ਜਿੱਦਾਂ ਮੰਨ ਲਓ ਕਿ ਤੁਹਾਡੇ ਇੱਕ ਲਾਗੇ ਹੈਗਾ ਜੀ ਖੱਬੇ ਸਾਈਡ ਆ। ਠੀਕ ਆ, ਅਤੇ ਜਿਹੜਾ ਸਿੰਗਲ ਰਿੰਗ ਟੋਪੋਲੋਜੀ ਹੈ ਨਾ, ਉਹਨੇ ਸੱਜੇ ਵਾਈਜ਼ ਘੁੰਮਣਾ ਵਾ। ਠੀਕ ਆ, ਗੋਲ ਘਤੇਰੇ ਵਾਂਗੂ। ਅਤੇ ਜੇ ਮੰਨ ਲਓ ਕਿ ਆਪਾਂ ਡਬਲ ਡਿਊਲ ਰਿੰਗ ਵਾਲਾ ਹੈਗਾ ਵਾ, ਤਾਂ ਉਹਦੇ ਲਈ ਲਾਗੇ ਆ ਨਾ, ਤਾਂ ਉਹ ਭਾਵੇਂ ਜਿੱਦਾਂ ਮਤਲਬ ਕਿ ਕਲੋਕ ਵਗੈਰਾ ਚੱਲਦੀਆਂ ਸੂਈਆਂ, ਉਹਦੇ ਅਕੋਰਡਿੰਗ ਜੇ ਉਲਟ ਵੀ ਚੱਲ ਪਊਗਾ, ਕਿਉਂਕਿ ਜੇ ਉਹਨੂੰ ਲੱਗਦਾ ਕਿ ਇਹ ਇੱਧਰ ਜਾਣਾ ਵਾ ਨੈਟਵਰਕ, ਉਸੇ ਲਈ ਉੱਧਰ ਚੱਲ ਜਾਣਾ ਵਾ, ਮਤਲਬ ਕਿ ਘੁੰਮ ਜਾਂਦਾ ਵਾ। ਆਹ ਤੁਸੀਂ ਦੇਖ ਸਕਦੇ ਗੋਲ ਘਤੇਰੇ ਵਾਂਗੂ ਹੁੰਦਾ ਵਾ। ਠੀਕ ਆ, ਅਤੇ ਤੁਹਾਨੂੰ ਪਤਾ 2 ਤਾਰਾਂ ਜੁੜੀਆਂ ਹੁੰਦੀਆਂ ਨੇ ਹੈ ਨਾ। ਬਾਕੀ ਕਿ ਤਰਤੀਬਵਾਰ ਹੈਗਾ ਜੀ। ਠੀਕ ਆ ਜੀ, ਅਤੇ ਹਰੇਕ ਡਿਵਾਈਸ ਦੀ ਟੋਕਨ ਤੱਕ ਪਹੁੰਚ ਜਾਂਦੀ ਹੈ ਜੀ, ਅਤੇ ਭੇਜਣ ਦੀ ਸਮਰੱਥਾ ਹੁੰਦੀ ਆ। ਅਤੇ ਜਿਹੜਾ ਦੂਜੀ ਨੂੰ ਹੈਗਾ ਵਾ ਜੀ ਬੱਸ ਟੋਪੋਲੋਜੀ, ਉਹਨੂੰ ਹੈਗਾ ਜਿਹੜੀ ਪਹਿਲੀ ਆਪਾਂ ਕੀਤੀ ਹੋਈ ਆ ਬੱਸ ਟੋਪੋਲੋਜੀ, ਉਹਨੂੰ ਵਧੀਆ ਜੀ, ਬੈਸਟ ਆ। ਅਤੇ ਇਹਦੇ ਵਿੱਚ ਡਿਵਾਈਸ ਅਤੇ ਕੇਬਲ ਦੀਆਂ ਸਮੱਸਿਆਵਾਂ ਨੂੰ ਲੱਭਣਾ ਆਸਾਨ ਆ ਜੀ। ਜੇਕਰ ਇਹ ਯੰਤਰ ਜਾਂ ਡਿਵਾਈਸ ਸਿਗਨਲ ਪ੍ਰਾਪਤ ਨਹੀਂ ਕਰਦਾ ਤਾਂ ਦਿੱਤੇ ਹੋਏ ਸਮੇਂ ਤੋਂ ਬਾਅਦ ਉਹ ਅਲਾਰਮ ਵਜਾਉਂਦਾ। ਠੀਕ ਆ ਜੀ, ਅਤੇ ਇਸ ਵਿੱਚ ਮਤਲਬ ਕਿ ਕਨੈਕਟੀਵਿਟੀ ਨੂੰ ਸਾਂਭਣ ਲਈ ਕੇਂਦਰੀ ਨੋਡ ਦੀ ਜ਼ਰੂਰਤ ਨਹੀਂ ਪੈਂਦੀ। ਮਤਲਬ ਕਿ ਇੱਕ ਨੋਡ ਨਹੀਂ ਹੁੰਦੀ ਵਿਚਕਾਰ, ਜਿੱਦਾਂ ਤਾਰ ਹੁੰਦੀ ਉੱਦਾਂ ਕੋਈ ਨੋਡ ਨਹੀਂ ਹੁੰਦੀ, ਸਾਰੇ ਸਮਾਨ ਤਰ੍ਹਾਂ ਜੁੜੇ ਹੁੰਦੇ ਤਰਤੀਬਵਾਰ। ਅਤੇ ਭਾਰੀ ਨੈਟਵਰਕ ਲੋਡ ਵਿੱਚ ਬੱਸ ਟੋਪੋਲੋਜੀ ਤੋਂ ਵਧੀਆ ਕੰਮ ਕਰਦੀ ਹੈ। ਠੀਕ ਆ ਜੀ, ਤੁਹਾਨੂੰ ਪਤਾ ਜੇ ਕੰਪਿਊਟਰ ਜ਼ਿਆਦਾ ਹੋਣ, ਠੀਕ ਆ ਜੀ, ਅਤੇ ਜਾਂ ਕੋਈ ਨੈਟਵਰਕ ਭਾਰੀ ਹੋਵੇ ਤਾਂ ਉਹ ਹੌਲੀ ਹੌਲੀ ਚੱਲਦਾ, ਇਹ ਉਹ ਤੋਂ ਫਾਸਟ ਚੱਲਦੀ ਆ। ਤਾਂ ਇਹ ਹੈ ਕਿ ਜੇ ਮੰਨ ਲਓ ਕਿ ਇੱਕ ਕੰਪਿਊਟਰ ਫੇਲ ਹੋ ਗਿਆ ਜੀ, ਤਾਂ ਸਾਰੇ ਹੀ ਕੰਪਿਊਟਰ ਨੁਕਸਾਨ ਆ। ਜੇ ਮੰਨ ਲਓ ਇੱਕ ਕੰਪਿਊਟਰ ਵਿਚਕਾਰਲਾ ਖਰਾਬ ਹੋ ਗਿਆ ਤਾਂ ਅੱਗੇ ਉਹਨੇ ਡਾਟਾ ਨਹੀਂ ਜਾਣਾ। ਠੀਕ ਆ ਜੀ, ਇਹ ਹਾਨੀ ਆ ਜੀ। ਅਤੇ ਜੇ ਮੰਨ ਲਓ ਕੋਈ ਸਮੱਸਿਆ ਆ ਗਈ, ਤੁਹਾਨੂੰ ਇਹ ਨਹੀਂ ਪਤਾ ਕਿ ਕਿੱਥੋਂ ਡਾਟਾ ਅੱਗੇ ਨਹੀਂ ਜਾ ਰਿਹਾ, ਤਾਂ ਲੱਭਣੀ ਔਖੀ ਆ। ਠੀਕ ਆ ਜੀ, ਅਤੇ ਕੰਪਿਊਟਰ ਨੂੰ ਲਗਾਉਣ ਜਾਂ ਹਟਾਉਣ ਲਈ ਨੈਟਵਰਕ ਵਿੱਚ ਵਿਘਨ ਪੈਂਦਾ ਜੀ। ਜਿੱਦਾਂ ਮਤਲਬ ਕੋਈ ਨੈਟਵਰਕ ਗੋਲ ਤੇ ਜੁੜਿਆ ਵਾ, ਉਹਦੇ ਵਿੱਚ ਆਪਾਂ ਜੇ ਕੱਢਣਾ ਕਿਸੇ ਕੰਪਿਊਟਰ ਨੂੰ ਤਾਂ ਔਖਾ ਵਾ। ਠੀਕ ਆ ਜੀ, ਅਤੇ ਬੱਸ ਟੋਪੋਲੋਜੀ ਦੇ ਮੁਕਾਬਲੇ ਰਿੰਗ ਟੋਪੋਲੋਜੀ ਨਹੀਂ ਕਿ ਜ਼ਿਆਦਾ ਕੇਬਲ ਦੀ ਜ਼ਰੂਰਤ ਪੈਂਦੀ ਆ। ਠੀਕ ਆ, ਇਹਦੇ ਲਈ ਜ਼ਿਆਦਾ ਪੈਂਦੀ ਹੈ, ਤੁਹਾਨੂੰ ਪਤਾ 2 ਤਾਰਾਂ ਦੀਆਂ ਵਿਚਕਾਰ ਕਰਕੇ, ਨਹੀਂ ਤਾਂ ਉਹਦੇ ਵਿੱਚ ਇੱਕੋ ਹੀ ਲਾਈਨ ਸੀ। ਠੀਕ ਆ, ਹੁਣ ਆਪਾਂ ਸਟਾਰ ਟੋਪੋਲੋਜੀ ਕਰਦੇ ਹਾਂ ਜੀ। ਇਸ ਤਰ੍ਹਾਂ ਦੀ ਟੋਪੋਲੋਜੀ ਵਿੱਚ ਸਾਰੇ ਕੰਪਿਊਟਰ ਇੱਕ ਸੈਂਟਰਲ ਡਿਵਾਈਸ, ਜਿਸ ਨੂੰ ਹੱਬ ਕਿਹਾ ਜਾਂਦਾ, ਨਾਲ ਜੁੜੇ ਹੁੰਦੇ ਆ ਜੀ। ਇਹ ਹੱਬ ਰੂਟਰ ਜਾਂ ਸਵਿਚ ਵੀ ਹੋ ਸਕਦਾ ਵਾ। ਹੱਬ ਇੱਕ ਕੇਂਦਰੀ ਨੋਡ ਹੁੰਦਾ, ਮਤਲਬ ਕਿ ਇੱਕ ਵਿਚਕਾਰ ਇੱਕ ਹੱਬ ਹੁੰਦੀ ਆ ਜੀ, ਉਹਨਾਂ ਸਾਰੇ ਕੰਪਿਊਟਰ ਜੁੜੇ ਹੁੰਦੇ ਆ ਜੀ, ਅਤੇ ਉਹ ਮੇਨ ਹੁੰਦਾ ਵਾ। ਠੀਕ ਆ ਜੀ, ਅਤੇ ਇੱਦਾਂ ਮਤਲਬ ਕਿ ਨੈਟਵਰਕ ਜਿੱਦਾਂ ਮੰਨ ਲਓ ਕਿਸੇ ਨੇ ਵੀ ਕੰਪਿਊਟਰ ਨੂੰ ਭੇਜਿਆ ਵਾ, ਉਹ ਸਾਰਾ ਪਹਿਲਾਂ ਹੱਬ 'ਤੇ ਆਊਗਾ, ਅਤੇ ਜੇ ਮੰਨ ਲਾ ਕਿ ਉਹਨੇ ਹੱਬ ਨੇ ਵੇਖਣਾ ਕਿ ਜਿਹੜੀ ਇਹ ਹੈਗੀ ਆ ਸੂਚਨਾ, ਉਹਨੇ ਉਹਨੂੰ ਦੂਜੇ ਨੂੰ ਪਹੁੰਚਾ ਦੇਣਾ। ਇਹਦੇ ਵਿੱਚ ਇਹ ਗੱਲ ਆ। ਤਾਂ ਇਹਦੇ ਲਾਭ ਦੇਖਦੇ ਹਾਂ ਜੀ। ਇਸ ਨੂੰ ਤਿਆਰ ਕਰਨਾ ਅਤੇ ਜੋੜਨਾ ਆਸਾਨ ਹੈ। ਕੰਪਿਊਟਰ 'ਤੇ ਫੇਲ ਹੋਣ 'ਤੇ ਦੂਜੇ ਕੰਪਿਊਟਰ 'ਤੇ ਕੋਈ ਅਸਰ ਨਹੀਂ ਪੈਂਦਾ। ਜੇ ਮੰਨ ਲਓ ਕਿ ਆਪਾਂ ਇੱਕ ਨੰਬਰ ਨੂੰ ਮਤਲਬ ਕਿ ਡਾਟਾ ਭੇਜਣਾ ਵਾ, ਠੀਕ ਆ ਜੀ, ਅਤੇ ਮੰਨ ਲਓ ਜੇ 3 ਨੰਬਰ ਕੰਪਿਊਟਰ ਖਰਾਬ ਹੀ ਆ ਜੀ, ਠੀਕ ਆ, ਇਹਨਾਂ ਕੋਈ ਅਸਰ ਨਹੀਂ ਪੈਣਾ, ਤਾਂ ਉਹ ਨੈਟਵਰਕ ਉਹਨੇ ਇੱਕ ਨੂੰ ਹੀ ਭੇਜਣਾ ਵਾ, ਕਿਉਂਕਿ ਹੱਬ ਨੂੰ ਜਾਣੀ ਹੱਬ ਨੇ ਹੀ ਅੱਗੇ ਭੇਜਣਾ ਵਾ। ਤਾਂ ਇਹ ਹੈ ਕਿ ਇਸ ਵਿੱਚੋਂ ਆਸਾਨੀ ਨਾਲ ਇੱਕ ਨੋਡ ਨਾਲ ਜੋੜੇ ਜਾਂਦੇ ਆ ਜੀ ਕੰਪਿਊਟਰ। ਜੇ ਆਪਾਂ ਕਿਸੇ ਨੂੰ ਕੰਪਿਊਟਰ ਨਾਲ ਜੋੜਨੇ ਆ ਜੀ, ਇਹ ਨਹੀਂ ਕਿ ਆਪਾਂ ਉਹਨਾਂ ਦੇ ਵਿੱਚ ਜੋੜਨਾ ਪੈਣਾ ਵਾ, ਆਪਾਂ ਹੱਬ ਨਾਲ ਹੀ ਉਹਨੂੰ ਜੋੜਾਂਗੇ। ਠੀਕ ਆ, ਆਸਾਨੀ ਨਾਲ ਜੋੜ ਸਕਦੇ ਹਾਂ। ਅਤੇ ਨੈਟਵਰਕ ਸਮੱਸਿਆ ਲੱਭਣਾ ਆਸਾਨ ਹੈ ਜੀ। ਸਮੱਸਿਆ ਨੂੰ ਲੱਭ ਕੇ ਠੀਕ ਕਰਨਾ ਆਸਾਨ ਹੈ, ਅਤੇ ਇਸ ਨੂੰ ਸੈਟਅਪ ਕਰਨਾ ਅਤੇ ਉਸ ਵਿੱਚ ਸੋਧ ਕਰਨੀ ਆਸਾਨ ਹੈ। ਠੀਕ ਆ ਜੀ,
ਹਾਨੀ ਆ ਜੀ ਹੱਬ ਜੇ ਫੇਲ ਵਿਚਕਾਰ ਜਿਹਨੂੰ ਆਪਾਂ ਮੈਸੇਜ ਵਿਚਕਾਰ ਆਉਂਦਾ ਵਾ, ਜੇ ਉਹ ਖਰਾਬ ਹੋ ਗਈ ਆ ਤਾਂ ਨੈਟਵਰਕ ਆਪਣਾ ਫੇਲ ਆ। ਅਤੇ ਇਹਦੀ ਕੀਮਤ ਜ਼ਿਆਦਾ ਹੁੰਦੀ ਹੈ ਇੰਸਟਾਲ ਕਰਨ ਦੀ, ਅਤੇ ਇਸ ਦੀ ਵਰਤੋਂ ਵਿੱਚ ਨੋਟਸ ਦੀ ਗਿਣਤੀ ਅਤੇ ਯੋਗਤਾ ਕੇਂਦਰੀ ਡਿਵਾਈਸ 'ਤੇ ਨਿਰਭਰ ਕਰਦੀ ਹੈ। ਠੀਕ ਆ ਜੀ। ਅਤੇ ਅੱਗੇ ਹੈ ਜੀ ਮੈਸ਼ ਟੋਪੋਲੋਜੀ। ਇਸ ਵਿੱਚ ਇਹ ਹੈ ਕਿ ਹਰੇਕ ਜਿਹੜੇ ਨੋਟਸ ਆ ਜੀ ਨੈਟਵਰਕ ਦੀ ਆਪਸ ਨਾਲ ਜੁੜੇ ਹੁੰਦੇ ਆ ਜੀ। ਅਤੇ ਇਹ ਆ ਕਿ ਜਿੱਦਾਂ ਮੰਨ ਲਓ ਕੰਪਿਊਟਰ ਆ ਜੀ, ਠੀਕ ਆ ਜੀ, ਇਹ ਹਰੇਕ ਕੰਪਿਊਟਰ ਨਾਲ ਜੁੜੇ ਹੋਏ ਆ। ਠੀਕ ਆ, ਜਿੰਨੇ ਵੀ ਕੰਪਿਊਟਰ ਆ ਜੀ ਹਰੇਕ ਕੰਪਿਊਟਰ ਆਪਸ 'ਚ ਜੁੜਿਆ ਵਾ। ਜਿੱਦਾਂ ਮੰਨ ਲਓ ਇੱਕ ਨੇ 5 ਨੂੰ ਡਾਟਾ ਭੇਜਣਾ, ਇਹ ਨਹੀਂ ਕਿ ਉਹ ਰਿੰਗ ਟੋਪੋਲੋਜੀ ਨੂੰ 1 ਤੋਂ 2 ਤੋਂ ਜਾਊਗਾ, 3 ਤੋਂ ਜਾਊਗਾ, ਸਿੱਧਾ ਹੀ ਉਹਨੇ 5 ਨੂੰ ਭੇਜ ਦੇਣਾ। ਜੇ 5 ਨੇ 2 ਨੂੰ ਭੇਜਣਾ, 2 ਨੂੰ ਸਿੱਧਾ ਭੇਜ ਦੂਗਾ। ਠੀਕ ਆ ਜੀ। ਇਹਦੇ ਵਿੱਚ ਇੱਦਾਂ ਹੁੰਦਾ ਵਾ ਨੈਟਵਰਕ। ਜਿੱਦਾਂ ਮਤਲਬ ਆਪਾਂ 6-7 ਜਾਣੇ ਬੈਠੇ ਗੋਲ ਘਤੇਰੇ 'ਚ ਬੈਠੇ ਹਾਂ, ਹੁਣ ਇਹ ਮੈਂ ਕੋਈ ਡਾਟਾ ਭੇਜਣਾ ਵਾ, ਮੈਂ ਇਹ ਨਹੀਂ ਕਿ ਆਪਣੇ ਲਾਗੇ ਵਾਲੇ ਨੂੰ ਦੱਸਾਂਗਾ, ਮੈਂ ਸਿੱਧਾ ਉਹ ਸਾਹਮਣੇ ਵਾਲੇ ਨੂੰ ਦੱਸਦਾ। ਠੀਕ ਹੈ, ਜਿਹਨੂੰ ਮੈਂ ਦੱਸਣਾ ਚਾਹੁੰਦਾ ਵਾਂ। ਅਤੇ ਇੱਕੋ ਸਮੇਂ ਮਤਲਬ ਕਿ ਅਲੱਗ-ਅਲੱਗ ਡਿਵਾਈਸਾਂ ਮਤਲਬ ਕਿ ਆਪਾਂ ਡਾਟਾ ਭੇਜ ਸਕਦੇ ਹਾਂ ਜੀ। ਠੀਕ ਆ ਜੀ। ਅਤੇ ਇਹ ਪੜ੍ਹਾਈ ਟੋਪੋਲੋਜੀ ਮਤਲਬ ਕਿ ਟਰੈਫਿਕ ਨੂੰ ਸਹਿ ਜਾਂਦੀ ਆ ਜੀ। ਜੇ ਕੋਈ ਭਾਵੇਂ ਜਿੰਨਾ ਮਰਜ਼ੀ ਕੰਪਿਊਟਰ ਦਾ ਟਰੈਫਿਕ ਹੋਵੇ, ਅਤੇ ਜੇ ਮੰਨ ਲਓ ਕੋਈ ਹਿੱਸਾ ਫੇਲ ਹੋ ਜਾਂਦਾ ਜੀ, ਅਤੇ ਆਪਾਂ ਡਾਟਾ ਨੂੰ ਮਤਲਬ ਕਿ ਟਰਾਂਸਫਰ 'ਚ ਕੋਈ ਪ੍ਰਭਾਵ ਨਹੀਂ ਪੈਂਦਾ। ਜੇ ਮੰਨ ਲਾ ਆਪਣਾ 5ਵਾਂ ਕੰਪਿਊਟਰ ਖਰਾਬ ਹੋ ਗਿਆ, ਜਿੱਦਾਂ ਮੰਨ ਲਾ ਸਾਰੇ ਕੰਪਿਊਟਰ ਹਰੇਕ ਕੰਪਿਊਟਰ ਨਾਲ ਜੁੜੇ ਹੁੰਦੇ ਆ, ਤਾਂ ਜੇ ਮਤਲਬ ਕੰਪਿਊਟਰ ਖਰਾਬ ਵੀ ਉਹਨਾਂ ਵਿੱਚ ਹੋਊਗਾ ਕੋਈ ਚੱਕਰ ਨਹੀਂ, ਉਹ ਡਿਵਾਈਸ ਮੈਸੇਜ ਦੂਜੇ ਨੂੰ ਰਿਸੀਵ ਜ਼ਰੂਰ ਹੋਊਗਾ। ਠੀਕ ਆ ਜੀ। ਅਤੇ ਜੇਕਰ ਮਤਲਬ ਕੋਈ ਹੋਰ ਨੋਡ ਫੇਲ ਹੋ ਜਾਵੇ ਜੀ, ਅਤੇ ਨੈਟਵਰਕ ਦੀ ਦੂਜੇ ਨੋਡ ਨੂੰ ਭੇਜ ਦਿੱਤਾ ਜਾਂਦਾ। ਮੈਂ ਦੱਸਿਆ ਨਾ ਕਿ ਜੇ ਮੰਨ ਲਓ ਕੰਪਿਊਟਰ ਖਰਾਬ ਹੋਵੇ ਦੂਜੇ ਕੰਪਿਊਟਰ ਨੂੰ ਭੇਜ ਦਿੰਦੇ ਆ, ਉਹ ਚੀਜ਼ ਆ ਜੀ। ਅਤੇ ਟੋਪੋਲੋਜੀ ਵਿੱਚ ਕਿਸੇ ਵੀ ਨੋਡ ਨੂੰ ਬਿਨਾਂ ਤੰਗ ਕਰਦੇ ਹੋਏ ਮਤਲਬ ਕਿ ਸੋਧ ਕੀਤੀ ਜਾ ਸਕਦੀ ਆ। ਜਿੱਦਾਂ ਮੰਨ ਲਓ ਕਿ ਇੱਕ ਕੰਪਿਊਟਰ ਖਰਾਬ ਹੋ ਗਿਆ ਵਾ, ਆਪਾਂ ਉਹਨੂੰ ਠੀਕ ਕਰ ਸਕਦੇ ਹਾਂ। ਜੇ ਮੰਨ ਲਾ ਡਾਟਾ ਕੋਈ ਟਰਾਂਸਫਰ ਕਰਦਾ, ਇਹ ਨਹੀਂ ਕਿ ਜੇ ਮੰਨ ਲਾ ਦੂਜਾ ਖਰਾਬ ਹੋਇਆ ਵਾ ਤਾਂ ਉਹ ਡਾਟਾ ਜਾਊਗਾ ਨਾ, ਬਾਕੀਆਂ ਨੂੰ ਜਾਊਗਾ, ਕਿਉਂਕਿ ਜਿਹੜੇ ਬਾਕੀ ਉਹਦੇ ਨਾਲ ਐਡ ਹੋਣਗੇ, ਚੱਲਦੇ ਹੋਣਗੇ। ਇਹਦੀ ਹਾਨੀ ਇਹ ਹੈ ਕਿ ਇਹਦਾ ਕਾਫੀ ਖਰਚਾ ਹੁੰਦਾ ਜੀ ਇੰਸਟਾਲ ਕਰਨਾ, ਅਤੇ ਕਨਫਿਗਰ ਕਰਨਾ ਮੁਸ਼ਕਿਲ ਆ ਜੀ, ਅਤੇ ਤਾਰ ਲਗਾਉਣ ਦੀ ਜ਼ਿਆਦਾ ਕੀਮਤ ਆ ਜੀ। ਤੁਹਾਨੂੰ ਪਤਾ ਜਿੱਥੇ ਆਪਾਂ ਇੱਕ ਕੰਪਿਊਟਰ ਨਾਲ ਜੋੜਦੇ ਹਾਂ, ਹੱਬ ਨਾਲ ਜੋੜਦੇ ਹਾਂ, ਉੱਥੇ ਹਰੇਕ ਕੰਪਿਊਟਰ ਨਾਲ ਤਾਰ ਨੂੰ ਜੋੜਨੀ ਪੈਣੀ। ਜਿੱਦਾਂ ਇੱਕ ਕੰਪਿਊਟਰ ਆ, 5 ਕੰਪਿਊਟਰ ਆਪਣੇ, ਠੀਕ ਆ ਜੀ, ਅਤੇ ਇੱਕ ਕੰਪਿਊਟਰ ਨੂੰ 4 ਕੰਪਿਊਟਰਾਂ ਨਾਲ ਜੁੜਨਾ। ਉੱਧਰੋਂ ਜਿਹੜੇ ਹਰੇਕ ਜਿਹੜੇ ਹੈਗੇ ਆ 5 ਹੋਰ ਆ, 5 ਨੇ ਮਤਲਬ ਕਿ ਸਾਰਿਆਂ ਨੇ ਇੱਕ ਹਰੇਕ ਕੰਪਿਊਟਰ ਨਾਲ ਜੁੜਨਾ, ਤਾਂ ਤੁਹਾਨੂੰ ਪਤਾ ਤਾਰ ਦੀ ਲੋੜ ਪੈਣੀ ਬਹੁਤ। ਅਤੇ ਟਰੀ ਟੋਪੋਲੋਜੀ ਦੀ ਗੱਲ ਕਰਦੇ ਹਾਂ ਜੀ ਆਪਾਂ। ਇਹਦੇ ਵਿੱਚ ਹੁੰਦਾ ਕਿ ਇਹਦੇ ਵਿੱਚ 2 ਜਾਂ 2 ਤੋਂ ਵੱਧ ਮਤਲਬ ਕਿ ਜਿਹੜੇ ਨੈਟਵਰਕ ਹੁੰਦੇ ਆ ਜੀ ਉਹ ਆਪਸ ਵਿੱਚ ਜੁੜੇ ਹੁੰਦੇ ਆ। ਠੀਕ ਆ ਜੀ। ਜਿੱਦਾਂ ਸੈਂਟਰਲ ਹੱਬ, ਅੱਗੇ ਸੈਕੰਡਰੀ ਹੱਬ, ਅੱਗੇ ਹੋਰ। ਅਤੇ ਇਹਦੇ ਵਿੱਚ ਹੁੰਦਾ ਜੀ ਟਰੀ ਟੋਪੋਲੋਜੀ 2 ਜਾਂ 2 ਤੋਂ ਜ਼ਿਆਦਾ ਸਟਾਰ ਨੈਟਵਰਕ ਦਾ ਮੇਲ ਹੁੰਦੇ ਆ। ਇਸ ਵਿੱਚ ਕਈ ਤਰ੍ਹਾਂ ਦੇ ਸਿੰਗਲ ਨੋਡ ਹੁੰਦੇ ਆ ਜੋ ਕਿ ਕੇਂਦਰੀ ਨੋਡ ਨਾਲ ਜੁੜੇ ਹੁੰਦੇ ਹਨ। ਮਲਟੀਪਲ ਸਟਾਰ ਵਿੱਚ ਬਹੁਤ ਸਾਰੇ ਟਰਟਰੀ ਨੋਡਸ ਹੁੰਦੇ ਆ ਜੋ ਕਿ 2 ਜਾਂ 2 ਤੋਂ ਜ਼ਿਆਦਾ ਸੈਕੰਡਰੀ ਨੋਡਸ ਨਾਲ ਜੁੜੇ ਹੁੰਦੇ ਹਨ, ਜੋ ਅੱਗੇ ਟਰੀ ਦੀ ਪ੍ਰਾਇਮਰੀ ਟਰੰਕ ਨੋਡਸ ਨਾਲ ਜੁੜੇ ਹੁੰਦੇ ਹਨ। ਮਾਰਾ ਅਨੁਸਾਰ ਟਰੀ ਟੋਪੋਲੋਜੀ ਸਟਾਰ ਟੋਪੋਲੋਜੀ ਬਸ ਟੋਪੋਲੋਜੀ ਦਾ ਮੇਲ ਹੁੰਦਾ ਵਾ। ਠੀਕ ਆ ਜੀ। ਅਤੇ ਟਰੀ ਟੋਪੋਲੋਜੀ ਮਤਲਬ ਕਿ ਜਿਹੜੀਆਂ ਟੋਪੋਲੋਜੀ ਆਪਾਂ ਪਹਿਲੀਆਂ ਕੀਤੀਆਂ ਹੋਈਆਂ ਜੀ ਉਹਨਾਂ ਨੂੰ ਮਿਲਾ ਕੇ ਬਣੀ ਹੁੰਦੀ ਆ। ਠੀਕ ਆ ਜੀ। ਇੱਕ ਸੈਂਟਰ ਹੱਬ ਹੁੰਦੀ ਆ, ਅਤੇ ਜਿਹੜਾ ਉਹ ਸੈਕੰਡਰੀ ਹੱਬ ਆ ਉਹ ਇੱਕ ਹੁੰਦਾ ਜੀ ਕੋਈ ਬੱਸ ਬਣਿਆ ਹੁੰਦਾ, ਬੱਸ ਟੋਪੋਲੋਜੀ ਹੁੰਦਾ ਵਾ, ਕੋਈ ਰਿੰਗ ਟੋਪੋਲੋਜੀ ਹੁੰਦਾ। ਠੀਕ ਆ ਜੀ। ਅਤੇ ਇਹਦੇ ਆਪਾਂ ਲਾਭ ਦੇਖਦੇ ਹਾਂ ਜੀ। ਇਹ ਸਟਾਰ ਅਤੇ ਬੱਸ ਟੋਪੋਲੋਜੀ ਦੀ ਐਕਸਟੈਂਸ਼ਨ ਹੈ। ਇਸ ਲਈ ਜਿਹੜੇ ਨੈਟਵਰਕ ਵਿੱਚ ਕਿਸੇ ਤਰ੍ਹਾਂ ਦੀ ਟੋਪੋਲੋਜੀ ਮਾਪਯੋਗਤਾ ਦੇ ਕਾਰਨ ਲਾਗੂ ਨਹੀਂ ਹੁੰਦੀ, ਉਸ ਲਈ ਟਰੀ ਟੋਪੋਲੋਜੀ ਬਹੁਤ ਵਧੀਆ ਹੈ। ਠੀਕ ਆ ਜੀ। ਇਹਦੇ ਵਿੱਚ ਸਾਰੀਆਂ ਇਕੱਠੀਆਂ ਮਤਲਬ ਕਿ 2 ਟੋਪੋਲੋਜੀ ਨੂੰ ਮਿਲਾਇਆ ਜਾਂਦਾ ਵਾ। ਬੱਸ ਅਤੇ ਸਟਾਰ ਮਤਲਬ ਕਿ ਸਟਾਰ ਜਿਹੜੀ ਟੋਪੋਲੋਜੀ ਉਹਨਾਂ ਨੂੰ ਮਿਲਾਉਂਦੇ ਆ ਜ਼ਿਆਦਾਤਰ ਇਹਦੇ ਵਿੱਚ। ਅਤੇ ਨੈਟਵਰਕ ਦਾ ਫੈਲਾਅ ਆਸਾਨ ਹੁੰਦਾ ਜੀ। ਠੀਕ ਆ। ਇਹਦੇ ਵਿੱਚ ਨਾ ਮੰਨ ਲਓ ਪੁੱਛ ਸਕਦੇ ਤੁਹਾਨੂੰ ਕਿ ਜਿਹੜੀ ਟਰੀ ਟੋਪੋਲੋਜੀ ਉਹਦੇ ਵਿੱਚ ਕਿਹੜੀਆਂ ਮਤਲਬ ਕਿ ਟੋਪੋਲੋਜੀ ਸ਼ਾਮਲ ਹੁੰਦੀ ਆ, ਤਾਂ ਤੁਹਾਨੂੰ ਜਾਂ ਪੁੱਛ ਸਕਦੇ ਇੱਕ ਸਹੀ ਦਿੱਤੀ ਹੋਊਗੀ, ਬਾਕੀ ਗਲਤ ਦਿੱਤੀਆਂ ਹੋਣਗੀਆਂ, ਅਤੇ ਬਾਕੀ ਤੁਹਾਨੂੰ ਲੱਭਣੀ ਸੌਖੀ ਹੋਊਗੀ। ਅਤੇ ਸਟਾਰ ਅਤੇ ਬੱਸ ਟੋਪੋਲੋਜੀ ਤੋਂ ਹੁੰਦੀਆਂ ਇਹਦੇ ਵਿੱਚ। ਅਤੇ ਨੈਟਵਰਕ ਦਾ ਫੈਲਾਅ ਆਸਾਨ ਹੈ। ਇਸ ਵਿੱਚ ਨੈਟਵਰਕ ਦੇ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ, ਅਤੇ ਸਾਂਭ ਸੰਭਾਲ ਵੀ ਆਸਾਨ ਆ ਜੀ। ਸਮੱਸਿਆ ਨੂੰ ਲੱਭ ਕੇ ਠੀਕ ਕਰਨਾ ਆਸਾਨ ਆ। ਅਤੇ ਇਹ ਹੈ ਕਿ ਜੇਕਰ ਇਹਦਾ ਕੋਈ ਹਿੱਸਾ ਖਰਾਬ ਹੋਊਗਾ ਤਾਂ ਬਾਕੀ ਹਿੱਸਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਜੀ। ਅਤੇ ਆਪਾਂ ਜੇ ਮੰਨ ਲਾ ਇਹਦੀ ਗੱਲ ਕਰਦੇ ਹਾਨੀ, ਇਹ ਟਰੀ ਟੋਪੋਲੋਜੀ ਦੀ ਬਣਤਰ ਆ ਜੀ, ਅਤੇ ਮੁੱਖ ਬੇਸ ਕੇਬਲ 'ਤੇ ਨਿਰਭਰ ਕਰਦੀ ਹੈ। ਜੇਕਰ ਉਹ ਟੁੱਟ ਜਾਵੇ ਤਾਂ ਨੈਟਵਰਕ ਮਤਲਬ ਕਿ ਟੁੱਟ ਜਾਂਦਾ। ਮਤਲਬ ਕਿ ਜੇ ਆਪਣੀ ਪ੍ਰਾਇਮਰੀ ਜਿਹੜੀ ਹੈਗੀ ਆ ਉਹ ਅੱਗੇ ਸੈਕੰਡਰੀ ਨਾਲ ਟੁੱਟ ਜੇ ਤਾਂ ਜਿਹੜਾ ਭਾਵੇਂ ਅੱਗੇ ਰਿੰਗ ਟੋਪੋਲੋਜੀ ਸਾਰੀ ਕੋਈ ਵੀ ਨਹੀਂ ਆਪਣੀ ਮਤਲਬ ਕਿ ਪੈਣੀ, ਉਹਦਾ ਕੋਈ ਵੀ ਮਤਲਬ ਕਿ ਲਾਭ ਨਹੀਂ ਰਹਿਣਾ, ਕਿ ਨੈਟਵਰਕ ਨਹੀਂ ਹੋ ਸਕਦਾ। ਜਿੱਦਾਂ ਮੰਨ ਲਓ ਸੈਕੰਡਰੀ ਦੇ ਅੱਗੇ ਜਾ ਕੇ ਬੱਸ ਬਣਦੀ ਆ, ਤਾਂ ਬੱਸ ਦਾ ਨੈਟਵਰਕ ਸਾਰਾ ਸਹੀ ਹੋਵੇ। ਜੇ ਮੰਨ ਲਓ ਸੈਕੰਡਰੀ ਨਾਲ ਪ੍ਰਾਇਮਰੀ ਨਾਲ ਅਤੇ ਸੈਕੰਡਰੀ ਦਾ ਲਿੰਕ ਟੁੱਟ ਗਿਆ ਤਾਂ ਕੰਮ ਖਰਾਬ ਆ ਫਿਰ। ਠੀਕ ਹੈ ਜੀ। ਤੁਹਾਨੂੰ ਪਤਾ ਫਿਰ ਨਹੀਂ ਨੈਟਵਰਕ ਚੱਲੂਗਾ। ਅਤੇ ਜਿੰਨੀਆਂ ਜ਼ਿਆਦੀਆਂ ਨੋਟਸ ਹੁੰਦੀਆਂ ਜੀ ਸੰਭਾਲ ਉਨੀ ਔਖੀ ਹੋ ਜਾਂਦੀ ਆ ਜੀ। ਅਤੇ ਨੈਟਵਰਕ ਬਣਾਉਣ ਦੀ ਸਮਰੱਥਾ
ਵਰਤੀ ਜਾਂਦੀ ਕੇਬਲ 'ਤੇ ਨਿਰਭਰ ਕਰਦੀ ਕੇਬਲ ਕਿੱਦਾਂ ਦੀ ਆ ਜੀ। ਅਤੇ ਟਰੀ ਵਰਗੀ ਬਣਤਰ ਬਣਾਉਣ ਲਈ ਕੇਬਲ ਦਾ ਖਰਚਾ ਜ਼ਿਆਦਾ ਹੁੰਦਾ ਜੀ। ਅਤੇ ਹਾਈਬ੍ਰਿਡ ਟੋਪੋਲੋਜੀ ਆ ਜੀ, ਠੀਕ ਆ ਜੀ। ਅਤੇ ਹਾਈਬ੍ਰਿਡ ਟੋਪੋਲੋਜੀ ਇੱਕ ਤਰ੍ਹਾਂ ਦੀ ਨੈਟਵਰਕ ਟੋਪੋਲੋਜੀ ਆ ਜੀ, ਜੋ ਦੋ ਜਾਂ ਦੋ ਤੋਂ ਜ਼ਿਆਦਾ ਨੈਟਵਰਕ ਟੋਪੋਲੋਜੀ ਦਾ ਇਸਤੇਮਾਲ ਕਰਦੀ ਹੈ, ਜਿਵੇਂ ਬੱਸ ਟੋਪੋਲੋਜੀ, ਮੈਸ਼ ਟੋਪੋਲੋਜੀ, ਰਿੰਗ ਟੋਪੋਲੋਜੀ, ਸਟਾਰ ਟੋਪੋਲੋਜੀ। ਤਾਂ ਇਹਦੇ ਵਿੱਚ ਜਿੰਨੀਆਂ ਵੀ ਟੋਪੋਲੋਜੀਆਂ ਜੀ ਉਹ ਸਾਰੀਆਂ ਹੀ ਵਰਤੀਆਂ ਜਾਂਦੀਆਂ ਨੇ ਜੀ। ਅਤੇ ਇੱਕ ਤਾਰ ਹੁੰਦੀ ਆ, ਠੀਕ ਆ ਜੀ, ਉਹਨਾਂ ਕੰਪਿਊਟਰ ਜੁੜੇ ਹੁੰਦੇ ਆ। ਬੱਸ ਟੋਪੋਲੋਜੀ, ਰਿੰਗ ਟੋਪੋਲੋਜੀ, ਹੱਬ, ਮਤਲਬ ਕਿ ਇੱਕੇ ਤਾਰ ਨਾਲ ਸਾਰੀਆਂ ਹੀ ਟੋਪੋਲੋਜੀ ਜੁੜੀਆਂ ਹੁੰਦੀਆਂ ਨੇ। ਅਤੇ ਇਸ ਵਿੱਚ ਮਤਲਬ ਕਿ ਸਮੱਸਿਆ ਲੱਭਣਾ, ਠੀਕ ਆ, ਆਸਾਨ ਆ, ਜ਼ਿਆਦਾ ਅਸਰਦਾਰ ਆ ਜੀ, ਆਕਾਰ ਵੀ ਵਧਾਇਆ ਜਾ ਸਕਦਾ ਵਾ। ਹਾਨੀ ਹੈ ਕਿ ਗੁੰਝਲਦਾਰ ਆ, ਠੀਕ ਆ ਜੀ। ਅਤੇ ਕਿਤੇ ਤੁਹਾਨੂੰ ਪਤਾ ਕਿ ਰਿੰਗ ਆ, ਮੈਸ਼ ਆ, ਸਾਰੀਆਂ ਨੇ, ਅਤੇ ਉਹ 'ਚੋਂ ਆਪਾਂ ਨੂੰ ਔਖਾ ਲੱਗਦਾ ਜੀ, ਠੀਕ ਆ, ਕਿ ਵੱਖ ਵੱਖ ਮਤਲਬ ਕਿ ਨੈਟਵਰਕ ਬਣਾਉਣੇ, ਅਤੇ ਇਹਦੀ ਕੀਮਤ ਜ਼ਿਆਦਾ ਹੁੰਦੀ ਆ ਜੀ। ਅਤੇ ਨੈਟਵਰਕ ਦੀਆਂ ਜਿਹੜੀਆਂ ਕਿਸਮਾਂ ਜੀ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਪੈਨ ਦੀ ਆ ਜੀ, ਇਹਨਾਂ ਦੀ ਪਹਿਲਾਂ ਫੁੱਲ ਫਾਰਮ ਦੱਸ ਦਿੰਦਾ ਜੀ, ਤੁਹਾਨੂੰ ਫੁੱਲ ਫਾਰਮ ਪੁੱਛ ਸਕਦੇ ਆ ਜੀ। ਪੈਨ ਦੀ ਆ ਜੀ ਪਰਸਨਲ ਏਰੀਆ ਨੈਟਵਰਕ, ਲੈਨ ਦੀ ਆ ਲੋਕਲ ਏਰੀਆ ਨੈਟਵਰਕ, ਮੈਨ ਦੀ ਆ ਜੀ ਮੈਟਰੋਪੋਲੀਟਨ ਏਰੀਆ ਨੈਟਵਰਕ ਆ ਜੀ। ਅਤੇ ਵੈਨ ਦੀ ਆ ਜੀ ਵਾਈਡ ਏਰੀਆ ਨੈਟਵਰਕ, ਠੀਕ ਆ ਜੀ। ਅਤੇ ਇਹਨਾਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਈ ਜਾਂਦਾ, ਨਾਲ ਦੱਸੀ ਜਾਂਦਾ ਵਾ, ਠੀਕ ਆ ਜੀ। ਅਤੇ ਜਿਹੜਾ ਪਰਸਨਲ ਏਰੀਆ ਨੈਟਵਰਕ ਆ ਜੀ, ਅਤੇ ਇਹਦੀਆਂ ਤੁਸੀਂ ਐਗਜ਼ਾਮਪਲਾਂ ਦੇਖ ਸਕਦੇ ਹੋ ਜੀ, ਜਿੱਦਾਂ ਫੋਨ ਹੋ ਗਏ, ਹੈੱਡਫੋਨ ਹੋ ਗਏ, ਕੰਪਿਊਟਰ ਹੋ ਗਿਆ, ਮਾਊਸ ਹੋ ਗਏ, ਪ੍ਰਿੰਟਰ ਹੋ ਗਿਆ। ਅਤੇ ਇਹ ਆ ਕਿ ਇਹਨਾਂ ਨੇ ਵਰਤਣ ਦੀ ਜਿਹੜੀ ਦਾਇਰਾ ਜੀ 10 ਮੀਟਰ ਹੁੰਦਾ ਜੀ, ਤੁਹਾਡੇ ਤੋਂ ਮੀਟਰ ਪੁੱਛ ਸਕਦੇ ਆ ਜੀ। ਅਤੇ ਇਹਦੀਆਂ ਐਗਜ਼ਾਮਪਲਾਂ ਵੀ ਪੁੱਛ ਸਕਦੇ ਆ, ਅਤੇ ਐਗਜ਼ਾਮਪਲਾਂ ਤੁਹਾਨੂੰ ਯਾਦ ਹੋਣੀ ਚਾਹੀਦੀਆਂ ਵਾ। ਅਤੇ ਪਰਸਨਲ ਏਰੀਆ ਕਿ ਇੱਕ ਜਦੋਂ ਕਿ ਬਿਲਡਿੰਗ ਜਾਂ ਇਕੱਲੇ ਵਿਅਕਤੀ ਦੇ ਆਲੇ ਦੁਆਲੇ ਲੱਗਿਆ ਹੁੰਦਾ, ਜਿੱਦਾਂ ਮਤਲਬ ਆਪਣੇ ਲਾਗੇ ਕੰਪਿਊਟਰ ਲੱਗਾ ਵਾ, ਆਪਣੇ ਲਾਗੇ ਪ੍ਰਿੰਟਰ ਲੱਗਾ ਵਾ, ਇਹ ਜਿਹੜਾ ਦਾਇਰਾ ਛੋਟਾ ਜਿਹਾ ਹੁੰਦਾ ਵਾ, ਠੀਕ ਆ ਜੀ, ਨੈਟਵਰਕ ਦਾ। ਅਤੇ ਲੋਕਲ ਜਿਹੜਾ ਏਰੀਆ ਨੈਟਵਰਕ ਆ ਜੀ, ਜਿੱਦਾਂ ਮੰਨ ਲਓ ਕਿ 10, ਇਹਦੀ ਜਿਹੜੀ ਆਪਾਂ ਸਪੀਡ ਦੀ ਗੱਲ ਕਰਦੇ ਹਾਂ ਜੀ, ਇਹਦੀ ਹੁੰਦੀ ਹੈ 10 MB ਪਰ ਸੈਕਿੰਡ ਤੋਂ 10 GB ਪਰ ਸੈਕਿੰਡ, ਠੀਕ ਆ ਜੀ। ਅਤੇ ਇਹਦੇ ਘੱਟ ਤਾਰ ਦੀ ਲੋੜ ਪੈਂਦੀ ਆ ਜੀ। ਅਤੇ ਇਹਦੇ ਲਈ ਆਪਾਂ ਗੱਲ ਕਰਦੇ ਹਾਂ ਜੀ, ਲੋਕਲ ਏਰੀਆ ਨੈਟਵਰਕ ਦੀ ਵਰਤੋਂ ਕੰਪਿਊਟਰਾਂ ਦੇ ਯੰਤਰਾਂ ਵਿਚਕਾਰ ਸੰਚਾਰ ਕਰਨ ਲਈ ਕੀਤੀ ਜਾਂਦੀ ਆ ਜੀ, ਜੋ ਕਿ ਦਫ਼ਤਰ, ਇੱਕ ਬਿਲਡਿੰਗ ਜਾਂ ਘਰ ਤੱਕ ਪਹੁੰਚ ਜਾਂਦੇ ਆ। ਜਿੱਦਾਂ ਆਪਣਾ ਘਰ ਤੋਂ ਬਿਲਡਿੰਗ ਤੱਕ ਜਿਹੜਾ ਨੈਟਵਰਕ ਆ ਜੀ, ਉਹ ਲੋਕਲ ਏਰੀਆ ਨੈਟਵਰਕ ਵਿੱਚ ਆਉਂਦਾ ਜੀ। ਅਤੇ ਇਹਦਾ ਦਾਇਰਾ ਜੀ 100 ਮੀਟਰ ਤੋਂ ਲੈ ਕੇ 1 ਮੀਲ ਤੋਂ ਘੱਟ, ਠੀਕ ਆ ਜੀ। ਇਹਦੇ ਵਿੱਚ ਜੇ ਮਤਲਬ ਆਪਣਾ ਘਰ ਆ, ਬਿਲਡਿੰਗ ਆ, ਦੇਖੋ ਘਰ ਵੀ ਬਣਾਇਆ, ਬਿਲਡਿੰਗ ਬਣਾਈ, ਅਤੇ ਇਹਦੇ ਵਿੱਚ ਜਿਹੜਾ ਤਾਰਾਂ ਰਾਹੀਂ ਦਾ ਨੈਟਵਰਕ ਜਿਹੜਾ ਕ੍ਰੀਏਟ ਕੀਤਾ ਜਾਂਦਾ ਜੀ, ਠੀਕ ਆ, ਜਾਂ ਕੋਈ ਹੋਰ ਆਪਟੀਕਲ ਫਾਈਬਰ, ਠੀਕ ਆ, ਕੁਆਸੀਕਲ ਕੇਬਲ, ਟਵਿਸਟਡ ਪੀਅਰ, ਤਾਂ ਇੱਦਾਂ ਦੀਆਂ ਕੋਈ ਚੀਜ਼ਾਂ ਜਾਂ ਹੋਰ ਟੋਪੋਲੋਜੀ ਵਰਤ ਕੇ ਜਿਹੜਾ ਸੰਚਾਰ ਵਗੈਰਾ ਕੀਤਾ ਜਾਂਦਾ ਜੀ, ਉਹ ਆਉਂਦਾ ਜੀ ਲੈਨ ਦੇ ਵਿੱਚ। ਅਤੇ ਇਹਦੀ ਜਿਹੜੀ ਹੈਗੀ ਹੈ ਜੀ ਮੈਨ ਜਾਂ ਵੈਨ ਦੇ ਮੁਕਾਬਲੇ ਕੀਮਤ ਘੱਟ ਹੁੰਦੀ ਆ ਜੀ, ਠੀਕ ਆ ਜੀ। ਅਤੇ ਜਿਹੜੀ ਹੈਗੀ ਜੀ ਮੈਨ ਦੀ ਗੱਲ ਕਰਦੇ ਆ ਜੀ, ਇਹ ਸ਼ਹਿਰਾਂ, ਕਾਲਜਾਂ, ਵੱਡੇ ਖੇਤਰਾਂ ਜਿਵੇਂ ਕੇਬਲ TV ਨੈਟਵਰਕ ਵਿੱਚ ਵਰਤਿਆ ਜਾਂਦਾ। ਜੇ ਆਪਣੇ TV ਵਗੈਰਾ ਖੇਤਰ ਹੁੰਦੇ ਆ, ਉਹਨਾਂ ਵਿੱਚ ਵਰਤਿਆ ਜਾਂਦਾ ਜੀ। ਲਾਈਨਾਂ ਜਿਹੜੀਆਂ ਆਪਾਂ ਕਹਿੰਦੇ ਨਾ, ਕੇਬਲ ਪਾਈ ਆ ਜੀ, ਸਾਡੇ ਲੱਗੀ ਹੁੰਦੀ ਆ, ਸ਼ਹਿਰਾਂ 'ਚ ਜਾਂ ਕੇਬਲ ਲੱਗੀ ਹੁੰਦੀ ਆ, ਜਾਂ ਜਿੱਦਾਂ ਲੱਗੀ ਹੁੰਦੀ ਆ ਨੈੱਟ ਵਾਲੀ ਤਾਰ ਵਗੈਰਾ ਲੱਗੀ ਹੁੰਦੀ ਆ, ਉਹ ਆ ਜੀ। ਅਤੇ ਇਹਦਾ ਜਿਹੜਾ ਏਰੀਆ ਹੈਗਾ ਜੀ 5 ਤੋਂ 50 ਕਿਲੋਮੀਟਰ ਡਾਇਆਮੀਟਰ ਤੱਕ ਹੈ ਜੀ, ਠੀਕ ਆ ਜੀ। ਅਤੇ ਉਦਾਹਰਨ ਲਈ ਇਹ ਟੈਲੀਫੋਨ ਨੈਟਵਰਕ ਵਾਲੀਆਂ ਕੰਪਨੀਆਂ ਜੋ ਤੇਜ਼ ਰਫ਼ਤਾਰ ਨਾਲ DSL ਅਤੇ ਕੇਬਲ TV ਨੈਟਵਰਕ ਪ੍ਰਦਾਨ ਕਰਦੀਆਂ, ਠੀਕ ਆ ਜੀ। ਅਤੇ ਇਹਦੀ ਰੇਂਜ ਆ ਜੀ ਬਹੁਤ ਸਾਰੀਆਂ ਬਿਲਡਿੰਗਾਂ ਮਿਲ ਕੇ ਤਾਂ ਸ਼ਹਿਰਾਂ ਤੱਕ ਫੈਲੀ ਹੁੰਦੀ ਆ ਜੀ ਇਹ। ਅਤੇ ਵੈਨ ਆ ਜੀ ਵਾਈਡ ਏਰੀਆ ਨੈਟਵਰਕ, ਕਿ ਜਿੱਦਾਂ ਆਪਣੇ ਇੱਕ ਦੇਸ਼ ਤੋਂ ਦੂਜੇ ਦੇਸ਼, ਠੀਕ ਆ। ਅਤੇ ਇਹਦੇ ਵਿੱਚ ਜਿਹੜਾ ਹੁੰਦਾ ਜੀ ਵਾਇਰਲੈਸ ਹੁੰਦਾ, ਨੈਟਵਰਕ ਹੁੰਦਾ ਵਾ। ਅਤੇ ਜਿੱਦਾਂ ਮਤਲਬ ਕਿ ਮਾਈਕ੍ਰੋਵੇਵ ਵਰਗੇ ਜਿਹੜੇ ਮੀਡੀਆ ਵਰਤੇ ਜਾਂਦੇ ਆ ਜੀ। ਅਤੇ ਤੁਹਾਨੂੰ ਪਤਾ ਕਿ ਇਹਨਾਂ ਦੀਆਂ ਥੱਲੇ ਤਾਰਾਂ ਵੀ ਵਿਛਾਈਆਂ ਜਾਂਦੀਆਂ ਨੇ, ਠੀਕ ਆ। ਤਾਂ ਇਹਦੇ ਵਿੱਚ ਸਾਰੇ ਹੀ ਨੈਟਵਰਕ ਆ ਜਾਂਦੇ ਆ, ਲੈਂਡਮੈਨ ਸਾਰੇ ਆ ਜਾਂਦੇ ਆ। ਅਤੇ ਤੁਹਾਡੇ ਸਾਹਮਣੇ ਆ ਕਿ ਇੱਕ ਨਾ ਲੈਨ ਮਤਲਬ ਕਿ ਬਣਾਏ ਹੋਏ ਨੈਟਵਰਕ ਬਣਾਏ ਹੋਏ ਵੈਨ ਦੇ, ਠੀਕ ਆ ਜੀ। ਅਤੇ ਜਿੱਦਾਂ ਮੰਨ ਲਓ ਕਿ ਇੱਕ ਆਪਣਾ ਮੈਸੇਜ ਜਾਂਦਾ ਵਾ, ਠੀਕ ਆ, ਉਹ ਇੱਕ ਵੈਨ ਦਾ ਸਰਵਰ ਆ, ਰਾਊਟਰ ਆ ਜੀ, ਇੱਕ ਯੰਤਰ ਆ, ਉਹ ਸੈਂਟਰ ਤੋਂ ਮਤਲਬ ਕਿ ਰਿਸੀਵਰ ਤੱਕ ਦਾ ਰਸਤਾ ਮਤਲਬ ਕਿ ਪਤਾ ਕਰਦਾ ਜੀ, ਕਿ ਉਹ ਕਿੱਥੋਂ ਆਇਆ ਵਾ, ਕਿੱਥੇ ਜਾਣਾ ਵਾ। ਅਤੇ ਹੈਟ ਜਿਹੜਾ ਹੈਗਾ ਜੀ ਦੁਨੀਆ ਦਾ ਸਭ ਤੋਂ ਪ੍ਰਸਿੱਧ ਨੈਟਵਰਕ ਆ। ਇਹਦੇ ਬਾਰੇ ਪੁੱਛ ਸਕਦੇ ਆ ਕਿ ਹੈਟ ਕੌਣ ਆ, ਕੀ ਆ, ਤਾਂ ਨੈਟਵਰਕ ਆ ਜੀ ਇੱਕ। ਅਤੇ ਬਾਕੀ ਆ ਕਿ ਵਾਈਡ ਏਰੀਆ ਨੈਟਵਰਕ ਬਹੁਤ ਸਾਰੇ ਭੂਗੋਲਿਕ ਖੇਤਰਾਂ ਵਿੱਚ ਫੈਲਿਆ ਹੁੰਦਾ, ਜਿਵੇਂ ਇੱਕ ਦੇਸ਼, ਮਹਾਂਦੀਪ, ਸਾਰੀ ਦੁਨੀਆ ਵਿੱਚ। ਹੈਟ ਵਿੱਚ ਬਹੁਤ ਸਾਰੇ ਛੋਟੇ ਛੋਟੇ ਨੈਟਵਰਕ ਹੁੰਦੇ, ਜਿਵੇਂ ਕਿ ਲੈਂਡਮੈਨ। ਇਸ ਨੈਟਵਰਕ ਵਿੱਚ ਟੈਲੀਫੋਨ ਲਾਈਨਾਂ, ਲਾਈਟ, ਮਾਈਕ੍ਰੋਵੇਵ ਵਰਗੀਆਂ ਮੀਡੀਆ ਵਰਤੇ ਜਾਂਦੇ ਹਨ। ਇਸ ਵਿੱਚ ਬਹੁਤ ਸਾਰੇ ਸੰਚਾਰ ਮਾਧਿਅਮ ਮੀਡੀਆ ਰਾਊਟਰ ਨਾਲ ਲਿੰਕ ਕੀਤੇ ਜਾਂਦੇ ਹਨ। ਰਾਊਟਰ ਇੱਕ ਯੰਤਰ ਹੈ ਜੋ ਕਿ ਸੈਂਟਰ ਤੋਂ ਰਿਸੀਵਰ ਤੱਕ ਦਾ ਰਸਤਾ ਪਤਾ ਕਰਦਾ ਵਾ। ਅਤੇ ਹੈਟ ਦੁਨੀਆ ਸਭ ਤੋਂ ਪ੍ਰਸਿੱਧ ਨੈਟਵਰਕ ਆ।
ਤਾਂ ਨੈਟਵਰਕ ਆ ਜੀ ਕਿ ਜੇ ਮੰਨ ਲਓ ਕਿ ਕਿਹੜਾ ਆਪਣੇ ਲਾਗੇ ਬੰਨੇ ਆ 10 ਮੀਟਰ ਦੇ ਵਿੱਚ ਉਹ ਕਿਹੜਾ ਆਉਂਦਿਆ ਵਾ, ਉਹ ਆ ਰਿਹਾ ਜੀ ਪਰਸਨਲ, ਠੀਕ ਆ। ਜਿਹੜਾ ਮਤਲਬ ਕਿ ਲਾਗੇ ਬੰਨੇ ਬਿਲਡਿੰਗ ਦੇ ਵਿੱਚ ਆ ਰਿਹਾ ਉਹ ਲਾਈਨ 'ਚ ਆ ਰਿਹਾ ਵਾ। ਜੇ ਮੰਨ ਲਓ ਕੋਈ ਸ਼ਹਿਰਾਂ ਦੇ ਵਿੱਚ ਆ ਰਿਹਾ ਵਾ, ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਉਹ ਮੈਨ ਦੇ ਵਿੱਚ ਆ ਰਿਹਾ ਵਾ। ਜੇ ਇੱਕ ਤੋਂ ਦੂਜੇ ਦੇਸ਼ ਦੇ ਵਿੱਚ ਆ ਰਿਹਾ ਉਹ ਦੂਜਾ ਵਾਈਡ ਏਰੀਆ ਨੈਟਵਰਕ ਆ ਰਿਹਾ ਵਾ, ਠੀਕ ਆ ਜੀ। ਆਹ ਨੈਟਵਰਕ ਦਾ ਆਪਣਾ ਪਾਰਟ ਸੀ। ਤਾਂ ਜਿਹੜੀਆਂ ਚੀਜ਼ਾਂ ਮੇਨ ਸੀ ਮੈਂ ਥਿਊਰੀ ਦੀਆਂ ਉਹ ਦੱਸਤੀਆਂ ਨੇ, ਬਾਕੀ ਤੁਸੀਂ ਥਿਊਰੀ ਦਾ ਆਪ ਪੜ੍ਹ ਲਿਓ ਜੀ ਮੇਨ। ਅਤੇ ਮੈਨੂੰ ਜਿੰਨੀ ਕੁ ਸਮਝ ਹੈਗੀ ਮੈਂ ਤੁਹਾਨੂੰ ਦੱਸਤਾ ਜੀ। ਬਾਕੀ ਤੁਸੀਂ ਵੀ ਇੱਕ ਵਾਰੀ PDF ਰੀਡ ਕਰ ਲਿਓ ਅਤੇ ਆਪਣੀ ਤਿਆਰੀ ਰੱਖੋ ਜੀ। ਅਤੇ ਬਾਕੀ ਇਹ ਟੋਪਿਕ ਬਹੁਤ ਇੰਪੋਰਟੈਂਟ ਆ ਜੀ ਕਰੋ, ਕਿਉਂਕਿ ਆਸਾਨੀ ਨਾਲ ਮੈਂ ਦੱਸਿਆ ਸੌਖਾ ਟੋਪਿਕ ਆ, ਠੀਕ ਹੈ। ਇਹਦੇ ਵਿੱਚ ਜਿਹੜੀ ਚੀਜ਼ ਮੈਂ ਦੱਸੀ ਇਹੋ ਹੀ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਣੀਆਂ ਨੇ, ਤਾਂ ਤੁਹਾਨੂੰ ਇਹਦੇ ਬਾਰੇ ਸਮਝ ਹੋਣੀ ਚਾਹੀਦੀ ਆ। ਅਤੇ ਜੇ ਸਮਝ ਹੋਊਗੀ ਤੁਹਾਨੂੰ ਕੋਈ ਜੋ ਵੀ ਕੁਐਸਚਨ ਆਊਗਾ ਉਹਦਾ ਆਨਸਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਅਤੇ ਬਾਕੀ ਆਲ ਦੀ ਬੈਸਟ ਅਤੇ ਆਪਣੀ ਤਿਆਰੀ ਰੱਖੋ ਜੀ। ਇਹ PDF ਜਿਹਨੂੰ ਚਾਹੀਦਾ ਜੀ ਮੈਨੂੰ ਟੈਲੀਗ੍ਰਾਮ 'ਤੇ ਮੈਸੇਜ ਕਰ ਦਿਓ, ਮੈਂ ਭੇਜ ਦਾਂਗਾ ਸਾਰਿਆਂ ਨੂੰ।